ਤਾਂ ਹੁਣ ਇੱਕ ਬੇਨਤੀ ਲੋਕਾਂ ਨੂੰ ਇਹ ਜ਼ਰੂਰ ਹੈ ਕਿ ਹੁਣ ਤੁਹਾਡੇ ਸਾਹਮਣੇ ਆ ਸਾਰਾ ਸੱਚ ਕਿ ਕੌਣ ਬੋਲਿਆ, ਕਿਹਨੇ ਆਵਾਜ਼ ਚੱਕੀ ਆ। ਜਿਹੜੇ ਬੰਦੇ ਆਪਣੀ ਚੋਣ ਦੀ ਤਰੀਕ ਲੈਣ ਲਈ ਧਰਨੇ ਤੇ ਨਹੀਂ ਬੈਠ ਸਕਦੇ, ਆਪਣੀ ਆਵਾਜ਼ ਨਹੀਂ ਜਿਹੜੇ ਚੱਕ ਸਕਦੇ, ਉਹ ਕੱਲ ਨੂੰ ਤੁਹਾਡੀ ਆਵਾਜ਼ ਕਿੱਥੋਂ ਚੱਕਣਗੇ। ਤਾਂ ਇਹ ਸਾਰਾ ਲੋਕਾਂ ਨੂੰ ਦੇਖਣਾ ਪੈਣਾ। ਬਾਕੀ ਤੁਸੀਂ ਕਿਆ ਲਾਸ ਹੋ ਰਿਹਾ, ਮੇਰੇ ਸੀਨੀਅਰਸ ਨੇ ਜਿਹੜੇ ਮੇਰੇ ਵੈਲ ਵਿਸ਼ਰ ਨੇ, ਉਹ ਸਾਰੇ ਮੈਨੂੰ ਇਹੀ ਗੱਲ ਕਹਿੰਦੇ ਜਿਹੜੀ ਤੁਸੀਂ ਕਹੀ ਆ ਕਿ ਤੂੰ ਇੱਥੇ ਧਰਨੇ ਤੇ ਬੈਠ ਗਿਆ ਪਰ ਤੇਰੀ ਜਿਹੜੀ ਚੋਣ ਆ ਤੂੰ ਉਹ ਇਲੈਕਸ਼ਨ ਨਹੀਂ ਜਿੱਤ ਸਕਦਾ। ਤਾਂ ਉਹ ਚਲੋ ਜੀ ਹੁਣ ਲੋਕਾਂ ਦੇ ਹੱਥ 'ਚ ਸਾਰੀ ਗੱਲ, ਲੋਕਾਂ ਦੇ ਸਾਹਮਣੇ ਆ। ਜਿਹੜਾ ਸਟੂਡੈਂਟ ਤੇ ਅਥਾਰਟੀ ਦਾ ਰਿਲੇਸ਼ਨ ਹੈ ਨਾ, ਉਹ ਬੜੀ ਬੁਰੀ ਤਰ੍ਹਾਂ ਜੈਪੋਡਾਈਜ਼ ਹੋ ਰਿਹਾ ਹੈਗਾ। ਤੇ ਯੂਨੀਵਰਸਿਟੀ ਦੀ ਹੋਂਦ ਹੈ, ਯੂਨੀਵਰਸਿਟੀ ਦਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਉਹਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ। MP ਨੇ ਸੋਮ ਪ੍ਰਕਾਸ਼ ਜੀ ਹੁਸ਼ਿਆਰਪੁਰ ਤੋਂ BJP ਦੇ, ਉਹਨਾਂ ਨੇ ਸੈਨੇਟ ਦੀ ਮੀਟਿੰਗ ਦੇ ਵਿੱਚ ਇਹ ਗੱਲ ਬੋਲੀ ਸੀ ਕਿ ਜੇ ਅਸੀਂ 370 ਹਟਾ ਸਕਦੇ ਹਾਂ ਤਾਂ ਫਿਰ ਸਾਡੇ ਲਈ ਸੈਨੇਟ ਕੀ ਚੀਜ਼ ਆ। ਆਪਣੇ ਘਰ ਦੇ ਉੱਪਰ ਤਰਸ਼ੂਲ ਲਾਇਆ ਤੇ ਭਗਵਾ ਝੰਡਾ ਉਹਨਾਂ ਦੇ ਘਰ ਦੇ ਉੱਤੇ ਚੜਾਇਆ ਜਾਂਦਾ ਹੈ, ਰੋਡ ਬੰਦ ਕਰ ਦਿੱਤੀ ਜਾਂਦੀ ਆ ਵਾਸਤੂ ਸ਼ਾਸਤਰ ਦੇ ਨਾਂ ਤੇ। ਜਦੋਂ ਕੋਵਿਡ ਦੀ ਸੈਕੰਡ ਵੇਵ ਬਿਲਕੁਲ ਪੀਕ ਤੇ ਸੀਗੀ, ਉਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਹੋਈਆਂ। ਕੋਈ ਸਾਰ ਨਹੀਂ ਲੈਣ ਆ ਰਿਹਾ, ਕੋਈ ਪੁੱਛ ਨਹੀਂ ਰਿਹਾ, ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਸਤਿ ਸ਼੍ਰੀ ਅਕਾਲ। ਅੱਜ 19 ਦਿਨ ਹੋ ਗਏ ਕੰਟੀਨਿਊਅਸ ਪ੍ਰੋਟੈਸਟ ਚੱਲ ਰਿਹਾ 24/7। ਬਿੱਲਾ ਧਾਲੀਵਾਲ ਜੀ AKA ਰਵਿੰਦਰ ਧਾਲੀਵਾਲ ਕੰਟੀਨਿਊਅਸ ਪ੍ਰੋਟੈਸਟ ਹੈ ਰਿਗਾਰਡਿੰਗ ਸੈਨੇਟ ਇਲੈਕਸ਼ਨਸ। ਸੈਨੇਟ ਸਭ ਤੋਂ ਬਿਊਟੀਫੁਲ ਫੈਕਟਰ ਹੈ ਪੰਜਾਬ ਯੂਨੀਵਰਸਿਟੀ ਦੇ। ਅਗਰ ਆਪਾਂ ਇਹਦੀ ਅੰਦਰ ਸਮਝੀਏ ਤਾਂ ਸਭ ਤੋਂ ਵਧੀਆ ਚੀਜ਼ ਸੈਨੇਟ ਹੈ, ਜਿਹਦੇ ਵਿੱਚ ਲੋਕਾਂ ਨੂੰ ਹੱਕ ਹੈ ਵੋਟ ਪਾਉਣ ਦਾ, ਪਾ ਕੇ ਸਿਲੈਕਟ ਕਰਨ ਦਾ ਔਰ ਅੱਗੇ ਫਰਦਰ ਜੋ ਵੀ ਸੈਨੇਟ ਦੇ ਕੰਮ ਹੁੰਦੇ ਆ, ਹੈ ਨਾ। ਸੈਨੇਟ ਦੀ ਮੰਨ ਲਓ ਗਵਰਨਿੰਗ ਬੋਡੀ ਹੈ ਪੰਜਾਬ ਯੂਨੀਵਰਸਿਟੀ ਦੀ। ਜੇ ਆਪਾਂ ਸੌਖੀ ਭਾਸ਼ਾ 'ਚ ਇਹਨੂੰ ਸਮਝੀਏ ਤਾਂ ਤੁਸੀਂ ਇਹ ਮੰਨ ਲਓ ਵੀ ਵਾਈਸ ਚਾਂਸਲਰ ਤੋਂ ਲੈ ਕੇ ਚਪੜਾਸੀ ਤੱਕ ਦੀ ਜਿਹੜੀ ਭਰਤੀ ਆ, ਜਿੰਨੇ ਯੂਨੀਵਰਸਿਟੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਂ ਯੂਨੀਵਰਸਿਟੀ ਦੇ ਜਿਹੜਾ ਬੇਸਿਕ ਸਟਰਕਚਰ ਆ, ਜਿਹੜਾ ਕੋਈ ਯੂਨੀਵਰਸਿਟੀ ਦੇ ਹੋਰ ਕੋਈ ਵੀ ਇਸ਼ੂ ਨੇ, ਸਾਰੇ ਉਹ ਸੈਨੇਟ ਦੇ ਵਿੱਚ ਹੀ ਮਤਲਬ ਬਹੁਮਤ ਦੇ ਨਾਲ ਅੱਗੇ ਪਾਸ ਹੋਣੇ ਜੀ। ਜਿਵੇਂ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਕੰਮ ਕਰਦੀ ਹੈ, ਜਿਵੇਂ ਆਪਣੇ ਦੇਸ਼ ਦੇ ਵਿੱਚ ਪਾਰਲੀਮੈਂਟ ਕੰਮ ਕਰਦੀ ਹੈ, ਤਾਂ ਉਹ ਜਿਹੜੀ ਇੰਪੋਰਟੈਂਸ ਹੈ ਪੰਜਾਬ ਯੂਨੀਵਰਸਿਟੀ ਲਈ ਉਹ ਸੈਨੇਟ ਦੀ ਹੈ। ਔਰ ਗ੍ਰੈਜੂਏਟ ਕਨਸਟੀਚੁਐਂਸੀ ਦੀਆਂ ਵੋਟਾਂ ਪੋਸਟਪੋਨ ਕਰ ਦਿੱਤੀਆਂ ਜੀ, ਪਰ ਹੁਣ ਇਹਨਾਂ ਨੇ ਕਿਹਾ ਵੀ ਅਸੀਂ ਨੋਟੀਫਿਕੇਸ਼ਨ ਕੱਢੀ ਆ ਵੀ ਅਸੀਂ ਕਰਾਵਾਂਗੇ ਇਲੈਕਸ਼ਨਸ। ਜੀ ਨੋਟੀਫਿਕੇਸ਼ਨ ਨਹੀਂ ਕੱਢੀ ਇਹਨਾਂ ਨੇ ਜੀ, ਇਹਨਾਂ ਨੇ ਪ੍ਰੈਸ ਨੋਟ ਦਿੱਤਾ ਸੀਗਾ। ਇੱਕ ਨੋਟੀਫਿਕੇਸ਼ਨ ਤੇ ਪ੍ਰੈਸ ਨੋਟ 'ਚ ਬਹੁਤ ਫਰਕ ਹੈ। ਮਤਲਬ ਕਨਫਿਊਜ਼ ਕਰ ਰਹੇ ਨੇ ਵਾਰੀ ਇਲੈਕਸ਼ਨ ਦੀ ਕ੍ਰੈਡੀਬਿਲਿਟੀ ਹੈ ਜਿਹੜੀ ਉਹਨੂੰ ਡੈਮੇਜ ਕੀਤਾ ਜਾ ਰਿਹਾ। ਇੱਕ ਵਾਰ ਤੁਸੀਂ ਇਹ ਮੰਨ ਲਓ ਵੀ 3 ਵਾਰੀ ਪਹਿਲਾਂ ਇਹ ਚੋਣ ਆ ਜਿਹੜੀ ਉਹ ਪੋਸਟਪੋਨ ਹੋਈ ਹੈ ਤੇ ਹੁਣ ਚੌਥੀ ਵਾਰੀ ਵੀ ਸਾਨੂੰ ਕੋਈ ਪੱਕੀ ਉਮੀਦ ਨਹੀਂ ਹੈ। ਤੁਸੀਂ ਇੱਕ ਵਾਰ ਕਹਿ ਦਿੰਦੇ ਹੋ ਵੀ 12 ਸਤੰਬਰ ਨੂੰ ਕਰਵਾਵਾਂਗੇ, ਦੂਜੀ ਵਾਰ ਤੁਸੀਂ ਪ੍ਰੈਸ ਨੋਟ ਦੇ ਵਿੱਚ ਲਿਖ ਦਿੰਦੇ ਹੋ ਜਾਂ 19 ਜਾਂ 26 ਸਤੰਬਰ ਨੂੰ ਹੋ ਸਕਦੀਆਂ ਨੇ। ਤਾਂ ਵਾਰੀ ਤਰੀਕਾਂ ਬਦਲ ਕੇ ਲੋਕਾਂ ਨੂੰ ਉਲਝਾਇਆ ਜਾ ਰਿਹਾ। ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਵੀ ਕਨਫਿਊਜ਼ ਕੀਤਾ ਜਾ ਰਿਹਾ, ਫਿਰ ਅੱਗੇ ਵੋਟਰ ਤਾਂ ਕਨਫਿਊਜ਼ ਹੋਣਗੇ। ਤੁਹਾਨੂੰ ਇੰਨਾ ਭਰੋਸਾ ਕਿਉਂ ਟੁੱਟ ਚੁੱਕਾ ਤੁਹਾਡਾ ਵੀ ਤੁਹਾਨੂੰ ਇਹਨਾਂ ਤੇ ਯਕੀਨ ਨਹੀਂ ਆ ਰਿਹਾ ਕਿ ਇਲੈਕਸ਼ਨਸ ਕਰਾਉਣਗੇ? ਵਾਟ ਸਰਕਮਸਟੈਂਸਸ ਲੈਡ ਯੂ ਟੂ ਦਿਸ? ਨਹੀਂ, ਉਹ ਹੋ ਜਾਂਦਾ ਨਾ ਜੀ। ਦੇਖੋ ਤੁਸੀਂ ਜਿਹੜੀ ਲਾਸਟ ਡੇਟ ਸੀਗੀ ਇਲੈਕਸ਼ਨ ਕਰਾਉਣ ਦੀ, ਉਹ 18 ਅਗਸਤ ਮਤਲਬ ਇਹਨਾਂ ਨੇ ਰੱਖੀ ਗਈ ਸੀ। ਤਾਂ ਤੁਸੀਂ ਦੇਖੋ ਵੀ ਕਿੰਨਾ ਵੱਡਾ ਏਰੀਆ ਇਸ ਇਲੈਕਸ਼ਨ ਦਾ, 7 ਸਟੇਟਾਂ ਦੇ ਵਿੱਚ ਪੋਲਿੰਗ ਬੂਥ ਲੱਗਦੇ ਨੇ ਤੇ ਬੰਦਾ ਕਿੱਥੇ ਬੰਦੇ ਨੂੰ ਜਾਣਾ ਪੈਂਦਾ, ਕਿੱਥੋਂ ਤੱਕ ਆਪਾਂ ਜਿਹੜੇ ਵੋਟਰਸ ਨੇ ਉਹਨਾਂ ਤੱਕ ਅਪਰੋਚ ਕਰਦੇ ਆ। ਤੇ ਇਹ ਇੱਕ ਵਾਰ ਨਹੀਂ ਹੋਈ ਚੀਜ਼। ਇਦੋਂ ਪਹਿਲਾਂ 16 ਮਈ ਸੀਗੀ, ਤਾਂ 16 ਮਈ ਮਤਲਬ ਜਿਹੜੇ ਕੈਂਡੀਡੇਟਸ ਨੇ ਸਾਰੇ ਹੀ, ਮੈਂ ਆ ਜਾਂ ਮੇਰੇ ਨਾਲ ਦੇ ਹੋਰ ਜਿਹੜੇ ਕੰਟੈਂਡਰ ਨੇ, ਸਾਰਿਆਂ ਨੇ ਆਪਣੇ ਲੈਵਲ ਤੇ ਲੋਕਾਂ ਨਾਲ ਅਪਰੋਚ ਬਣਾਈ ਜਾਣਾ ਸ਼ੁਰੂ ਕੀਤਾ। ਤੁਸੀਂ ਲੋਕਾਂ ਦੇ ਦਿਮਾਗ 'ਚ ਇੱਕ ਚੀਜ਼ ਬਿਠਾ ਦਿੰਦੇ ਹੋ ਵੀ ਇੰਨੀ ਤਰੀਕ ਨੂੰ ਤੁਸੀਂ ਭਾਈ ਆਪਣੀ ਪੋਲਿੰਗ ਹੋਊਗੀ, ਵੋਟ ਪਾਉਣੀ ਹੈ ਤੇ ਆਉਣਾ ਤੁਸੀਂ। ਇੱਕ ਵਾਰ ਪੋਸਟਪੋਨ ਹੋ ਜਾਂਦੀ ਹੈ, 2 ਵਾਰੀ ਹੋ ਜਾਂਦੀ ਹੈ, ਤੀਜੀ ਵਾਰੀ ਹੋ ਜਾਂਦੀ ਹੈ। ਹੁਣ ਜਦੋਂ ਚੌਥੀ ਵਾਰ ਅਸੀਂ ਜਾਵਾਂਗੇ ਤਾਂ ਮੈਂ ਤੁਹਾਨੂੰ ਵਾਰੀ ਤਾਂ ਕਹਿ ਰਿਹਾ, ਸਾਨੂੰ ਕੈਂਡੀਡੇਟਸ ਨੂੰ ਵੀ ਇਹ ਭਰੋਸਾ ਨਹੀਂ ਹੋਣਾ ਵੀ ਅਸੀਂ ਸਹੀ ਹੋਊਗੀ ਇਲੈਕਸ਼ਨ ਕਿ ਨਹੀਂ ਹੁੰਦੀ, ਕਿਉਂਕਿ ਫਰਮਾਨ ਨੇ ਨਾ ਜੀ ਆਖਰੀ ਟਾਈਮ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਕਰ ਦਿੰਦੇ ਨੇ। ਤਾਂ ਫਿਰ ਕਿੰਨੇ ਇਹੋ ਜਿਹੇ ਵੋਟਰ ਨੇ ਜਿਨ੍ਹਾਂ ਕੋਲ ਜਾਵਾਂਗੇ, ਜਿਨ੍ਹਾਂ ਨੇ ਇਹ ਸੋਚਣਾ ਯਾਰ ਇੱਕ ਵਾਰੀ ਫੇਰ ਆ ਗਏ ਆ, ਹੁਣ ਕੋਈ ਪਤਾ ਨਹੀਂ। ਹਾਂਜੀ, ਉਹ ਮਤਲਬ ਜਿਹੜੀ ਇੱਕ ਭਰੋਸੇਯੋਗਤਾ ਹੁੰਦੀ ਨਾ ਇਲੈਕਸ਼ਨ ਦੀ, ਉਹਨੂੰ ਤੁਸੀਂ ਡੈਮੇਜ ਕਰ ਰਹੇ ਹੋ, ਉਹਨੂੰ ਸੱਟ ਮਾਰ ਰਹੇ ਹੋ ਜਾਣ ਨਹੀਂ। ਧਾਲੀਵਾਲ ਜੀ, ਮੈਂ ਯੂਨੀਵਰਸਿਟੀ 'ਚ ਵੀ ਦੇਖਿਆ ਲੋਕਾਂ ਨੂੰ ਮਿਲ ਕੇ ਘੁੰਮ ਕੇ, ਬੱਚਿਆਂ ਦੇ ਲੈਵਲ ਤੇ ਵੀ ਵਾਈਸ ਚਾਂਸਲਰ ਤੇ ਭਰੋਸਾ ਜਿਹਾ ਨਹੀਂ ਹੈਗਾ, ਪਿਆਰ ਨਹੀਂ ਹੈਗਾ ਬੱਚਿਆਂ ਨੂੰ ਵਾਈਸ ਚਾਂਸਲਰ ਦਾ। ਉਹ ਨਹੀਂ ਜਿੱਤ ਪਾਏ ਕਿ ਕੀ ਪ੍ਰੋਬਲਮ ਹੋ ਗਈ? ਨਹੀਂ, ਪਿਆਰ ਮਨਵੀਰ ਜੀ ਕਿਵੇਂ ਹੋਊਗਾ? ਤੁਸੀਂ ਦੇਖੋ, ਅਸੀਂ ਇੰਨੇ ਟਾਈਮ ਤੋਂ, ਮੈਂ ਜਿਹੜੀ ਯੂਨੀਵਰਸਿਟੀ ਪੋਲਿਟਿਕਸ ਉਹਦੇ ਨਾਲ ਅਸੀਂ ਜੁੜੇ ਹੋਏ ਹਾਂ। ਅਸੀਂ ਆਪਣੇ ਲੈਵਲ ਤੇ ਜਿਹੜੇ ਵਿਦਿਆਰਥੀਆਂ ਦੇ ਇਸ਼ੂ ਹੁੰਦੇ ਸੀ ਉਹਨਾਂ ਲਈ ਇੱਥੇ ਬਹੁਤ ਧਰਨੇ ਪ੍ਰਦਰਸ਼ਨ ਸਾਰਿਆਂ ਨੇ ਕੀਤੇ ਨੇ, ਹੈ ਨਾ। ਤਾਂ ਇਹ ਹੁੰਦਾ ਸੀ ਵੀ ਜਿਹੜੀ ਡਿਮਾਂਡ ਹੁੰਦੀ ਸੀ ਸਾਡੀ, ਉਹਦੇ ਨਾਲ ਸਹਿਮਤ ਹੋਣਾ ਜਾਂ ਸਾਡੇ ਮਸਲੇ ਦਾ ਹੱਲ ਕਰਨਾ। ਉਹ ਜਿੰਨੇ ਵੀ ਵਾਈਸ ਚਾਂਸਲਰਾਂ ਨਾਲ ਅਸੀਂ ਕੰਮ ਕੀਤਾ ਇੱਥੇ, ਉਹ ਅਲੱਗ ਗੱਲ ਹੁੰਦੀ ਸੀ ਵੀ ਉਹਨਾਂ ਨੇ ਸਾਡਾ ਮਸਲਾ ਸੁਣਨਾ ਜਾਂ ਨਹੀਂ ਸੁਣਨਾ, ਪਰ ਉਹ ਸਾਡੇ ਕੋਲੇ ਰੁਕ ਕੇ ਜ਼ਰੂਰ ਜਾਂਦੇ ਹੁੰਦੇ ਸੀ ਤੇ ਇਹ ਪੁੱਛ ਕੇ ਜਾਂਦੇ ਹੁੰਦੇ ਸੀ ਵੀ ਬੇਟਾ ਤੁਸੀਂ ਬਾਰਿਸ਼ 'ਚ ਬੈਠੇ ਹੋ ਜਾਂ ਧੁੱਪ 'ਚ ਬੈਠੇ ਹੋ, ਗਰਮੀ 'ਚ ਬੈਠੇ ਹੋ, ਠੰਡ 'ਚ ਬੈਠੇ ਹੋ, ਵੀ ਤੁਸੀਂ ਬਿਮਾਰ ਹੋ ਜਾਓਗੇ, ਵੀ ਤੁਸੀਂ ਇਹ ਚੀਜ਼ ਨਾ ਕਰੋ। ਚਲੋ, ਉਹ ਜਦੋਂ ਅੱਗੇ ਗੱਲ ਹੁੰਦੀ ਸੀ, ਡਾਇਲੋਗ ਹੁੰਦਾ ਸੀ, ਤਾਂ ਮਸਲਾ ਹੱਲ ਹੁੰਦਾ ਜਾਂ ਨਾ ਹੁੰਦਾ, ਇਹ ਚੀਜ਼ ਅੱਗੇ ਮਤਲਬ ਡਿਪੈਂਡ ਕਰਦੀ ਸੀ ਮਸਲਾ ਕਿੱਦਾਂ ਦਾ ਸੀ। ਪਰ ਇੱਕ ਹਿਊਮਨ, ਇੱਕ ਇਨਸਾਨੀਅਤ ਹੁੰਦੀ ਹੈ ਜਿਹੜੀ, ਉਹ ਸਾਰਿਆਂ 'ਚ ਸੀ।
ਤਾਂ ਇਹਨਾਂ ਨੇ ਬੜਾ ਇਨਹਿਊਮਨ ਬਿਹੇਵੀਅਰ ਕੀਤਾ। ਇਹੋ ਜਿਹੇ ਮੌਸਮ ਦੇ ਵਿੱਚ ਅਸੀਂ ਬੈਠੇ ਹਾਂ, ਤੁਸੀਂ ਦੇਖੋ ਤਰਪਾਲਾਂ ਪਾਈਆਂ ਹੋਈਆਂ ਨੇ, ਤਾਂ ਮਤਲਬ ਹੋ ਸਕਦਾ ਹੈ ਵੀ ਸਾਡੇ ਵਿੱਚੋਂ ਕੋਈ ਬੰਦਾ ਬਿਮਾਰ ਹੋ ਜੇ। ਇੱਥੇ ਇੱਕ ਦੋ ਸੱਪ ਵੀ ਦੇਖੇ ਗਏ ਨੇ, ਇੱਥੇ ਪਿੱਛੇ ਆ ਤੁਸੀਂ ਦੇਖਦੇ ਹੋ, ਤਾਂ ਰਾਤ ਨੂੰ ਇੱਥੇ ਹੀ ਸੌਣਾ ਹੁੰਦਾ, ਮਤਲਬ ਕੋਈ ਵੀ ਨੁਕਸਾਨ ਹੋ ਸਕਦਾ ਹੈ। ਬੜੀਆਂ ਇਨਹਿਊਮਨ ਜਿਹੜੀ ਵਤੀਰਾ ਉਹ ਇਹਨਾਂ ਨੇ ਕੀਤਾ, ਗਿਲਾ ਇਹਨਾਂ ਨਾਲ ਹੀ ਹੈ। ਕੋਈ ਤੁਹਾਡੇ ਨਾਲ ਕੋਸ਼ਿਸ਼ ਨਹੀਂ ਕੀਤੀ ਕੰਟੈਕਟ ਕਰਨ ਦੀ ਵੀ ਨਹੀਂ ਤੁਸੀਂ ਇੱਦਾਂ ਪ੍ਰੋਟੈਸਟ ਨਾ ਕਰੋ, ਅਸੀਂ ਇਲੈਕਸ਼ਨ ਤੱਕ ਕਰਾਵਾਂਗੇ? ਇਹ ਇੱਕ ਵਾਰੀ ਡਾਇਰੈਕਟ ਇੱਕ ਵਾਰੀ ਕੀਤੀ ਹੈ ਜੀ, ਜਦੋਂ 18 ਤਰੀਕ ਨੂੰ ਸਾਡਾ ਇੱਕ ਮਾਰਚ ਸੀਗਾ ਇੱਥੋਂ ਵਾਈਸ ਚਾਂਸਲਰ ਦੇ ਦਫ਼ਤਰ ਤੋਂ ਲੈ ਕੇ ਇਹਨਾਂ ਦੇ ਘਰ ਤੱਕ ਅਸੀਂ ਮਾਰਚ ਕੀਤਾ ਸੀ। ਕਾਫੀ ਵੱਡਾ ਇਕੱਠ ਸੀਗਾ ਉਸ ਦਿਨ ਰਜਿਸਟਰਾਰ ਸਾਹਿਬ ਆਏ ਸੀਗੇ ਸਾਡੇ ਕੋਲ। ਉਦੋਂ ਕਹਿ ਰਹੇ ਸੀ ਵੀ ਅਸੀਂ ਮਤਲਬ ਥੋੜੇ ਦਿਨਾਂ 'ਚ ਆਉਣ ਵਾਲੇ 3-4 ਦਿਨਾਂ 'ਚ ਇਹ ਗੱਲ ਤੁਹਾਨੂੰ ਦੱਸ ਦਿਆਂਗੇ ਕਿ ਚੋਣਾਂ 12 ਸਤੰਬਰ ਨੂੰ ਹੋਣਗੀਆਂ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਅੱਜ ਦੱਸ ਦਿਓ, ਸਾਨੂੰ ਕਹਿੰਦੇ ਤੁਸੀਂ ਪ੍ਰੋਟੈਸਟ ਆਪਣਾ ਖਤਮ ਕਰ ਦਿਓ, ਧਰਨਾ ਚੱਕ ਲਓ। ਅਸੀਂ ਕਿਹਾ ਤੁਸੀਂ ਸਾਨੂੰ ਅੱਜ ਹੀ ਦੱਸ ਦਿਓ ਜੀ, ਉਹ ਕਹਿੰਦੇ ਵੀ ਅੱਜ ਨਹੀਂ ਦੱਸ ਸਕਦੇ। ਅਸੀਂ ਕਿਹਾ ਫਿਰ ਜਦੋਂ ਤੁਸੀਂ ਦੱਸੋਗੇ ਅਸੀਂ ਧਰਨਾ ਚੱਕ ਲਾਂਗੇ ਜੀ। ਉਦੋਂ ਉਹਨਾਂ ਨੇ ਮੈਕਸਿਮਮ 4 ਦਿਨ ਕਿਹਾ ਸੀ, ਤੇ 18 ਤੋਂ ਬਾਅਦ ਤੁਸੀਂ ਲਾ ਲਓ, ਅੱਜ ਆਪਾਂ 1 ਤਰੀਕ ਨੂੰ ਗੱਲ ਕਰ ਰਹੇ ਹਾਂ ਬੈਠੇ ਇੱਥੇ, ਤੇ ਅੱਜ ਤੱਕ ਵੀ ਕੋਈ ਅੱਗੇ ਤੁਸੀਂ ਕਿਹਾ ਨਾ ਨੋਟੀਫਿਕੇਸ਼ਨ ਨਹੀਂ, ਉਹ ਪ੍ਰੈਸ ਰਿਲੀਜ਼ ਜਾਰੀ ਕੀਤੀ ਸੀ, ਤਾਂ ਉਹਦੇ ਵਿੱਚ ਵੀ ਇਹਨਾਂ ਨੇ ਫਿਰ ਭੰਬਲ ਭੂਸਾ ਜਿਹਾ ਪਾਉਣ ਦੀ ਜਾਂ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਇਹ ਮਤਲਬ ਡਾਇਰੈਕਟ ਅਪਰੋਚ ਨਹੀਂ ਹੋਈ, ਇਹ ਬੜੀ ਮੰਦਭਾਗੀ ਗੱਲ ਹੈ ਜੀ, ਮਾੜੀ ਗੱਲ ਹੈ। ਚੈਰੀ ਬਰਾੜ ਜੀ, ਤੁਸੀਂ 2012 ਚ ਯੂਨੀਵਰਸਿਟੀ ਚ ਸੀਗੇ? 10 ਤੋਂ ਲੈ ਕੇ 12 ਤੱਕ ਮਤਲਬ ਮੈਂ ਚੇਅਰਮੈਨ ਰਿਹਾ ਹੈਗਾ ਜੀ ਪਾਰਟੀ ਦਾ, PUSU ਪਾਰਟੀ ਦਾ, ਹੈ ਨਾ? PUSU ਪੂਸੂ ਪਾਰਟੀ। ਅੱਛਾ, ਤੇ ਉਦੋਂ ਵੀ ਇਦਾਂ ਦਾ ਮਾਹੌਲ ਹੁੰਦਾ ਸੀ ਵੀ ਢੀਠ ਹੁੰਦਾ ਸੀ ਸਿਸਟਮ ਬੱਚਿਆਂ ਨੂੰ ਲੈ ਕੇ ਵੀ ਜੋ ਪ੍ਰੋਟੈਸਟ ਕਰਦੇ ਆ ਕਰੀ ਜਾਣ ਦੋ, ਸਾਨੂੰ ਕੋਈ ਫਰਕ ਨਹੀਂ ਪੈਂਦਾ? ਨਹੀਂ, ਬਿਲਕੁਲ ਨਹੀਂ ਜੀ, ਬਿਲਕੁਲ ਇਹੋ ਜਿਹਾ ਮਾਹੌਲ ਨਹੀਂ ਸੀਗਾ ਉਸ ਵੇਲੇ। ਜਿਵੇਂ ਹੁਣੇ ਰਵਿੰਦਰ ਧਾਲੀਵਾਲ ਕਹਿ ਰਹੇ ਸੀਗੇ ਵੀ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਸੀਗਾ, ਕੋਈ ਅਥਾਰਟੀ ਨਾਲ ਗੱਲਬਾਤ ਕਰਨੀ ਹੁੰਦੀ ਸੀ, ਤਾਂ ਵਿਦਿਨ ਆਵਰਸ ਜਦੋਂ ਕਿਸੇ ਇੱਥੇ ਪ੍ਰੋਟੈਸਟ ਕਰਨ ਆਉਂਦੇ ਸੀਗੇ, ਵਿਦਿਨ ਆਵਰਸ ਜਾਂ ਉਸੇ ਦਿਨ ਸਾਰੀ ਗੱਲਬਾਤ ਮਤਲਬ ਹੱਲ ਕਰਨ ਲਈ ਤੁਰ ਪੈਂਦੀ ਸੀਗੀ, ਜਾਂ ਉਹਦਾ ਹੱਲ ਕਰਨ ਲਈ ਇੱਥੇ ਆ ਕੇ ਸਾਡੀ ਸਾਰ ਪੁੱਛਦੇ ਸੀ, ਸਾਡੇ ਨਾਲ ਗੱਲਬਾਤ ਕਰਦੇ ਸੀ। ਜਿਹੜੀ ਆ ਹੁਣ ਨਵੀਂ ਇਹਨਾਂ ਨੇ ਇਗਨੋਰੈਂਸ ਪਾਲਿਸੀ ਚਲਾਈ ਹੈ ਨਾ ਜੀ, ਕੀ ਏਜੰਡਾ ਇਹਨਾਂ ਦਾ, ਕੀ ਹਿਸਾਬ ਹੈ, ਇਹ ਸਮਝ ਨਹੀਂ ਆਉਂਦਾਗਾ। ਇਹ ਕਦੇ ਵੀ ਨਹੀਂ ਹੋਇਆਗਾ। ਕੋਈ ਵੀ ਵਾਈਸ ਚਾਂਸਲਰ ਰਹੇ ਹੋਣ, ਕੋਈ ਵੀ ਅਥਾਰਟੀ ਹੋਏ, ਕੋਈ DSW ਸਾਹਿਬ ਹੋਣ, ਕੋਈ ਰਜਿਸਟਰਾਰ ਸਾਹਿਬ ਹੋਣ, ਕੋਈ ਵਾਰਡਨ, ਕੋਈ ਕਦੇ ਵੀ ਨਹੀਂ ਆਏ ਹੋਇਆ ਸੀਗਾ ਵੀ ਇੰਨਾ ਜ਼ਿਆਦਾ ਇਗਨੋਰ ਕੀਤਾ ਗਿਆ ਹੋਵੇ। ਤੁਸੀਂ ਇਹ ਦੇਖੋ ਵੀ ਹੁਣ ਇਹ ਇਗਨੋਰ ਹੀ ਕੀਤਾ ਜਾ ਰਿਹਾ ਨਾ। ਹੁਣ 9 ਮਹੀਨੇ ਹੋ ਗਏ ਉੱਥੇ ਦਿੱਲੀ 'ਚ ਆਪਣੇ ਕਿਸਾਨ ਧਰਨੇ ਤੇ ਬੈਠੇ ਹੈਗੇ ਆ ਜੀ, ਉਹਨਾਂ ਨੂੰ ਵੀ ਇਗਨੋਰ ਕੀਤਾ ਜਾ ਰਿਹਾ ਹੈਗਾ। ਉਹੀ ਪਾਲਿਸੀ ਇਹ ਸਾਰੇ ਕਿਤੇ ਵਰਤ ਰਹੇ ਹੈਗੇ, ਉਹ ਸੇਮ ਪਾਲਿਸੀ, ਇਗਨੋਰੈਂਸ ਪਾਲਿਸੀ, ਉਹੀ ਚੀਜ਼ ਹੁਣ ਇੱਥੇ ਹੋ ਰਹੀ ਹੈ ਜੀ। ਸਾਨੂੰ ਤਾਂ ਬੜਾ ਮੰਦਭਾਗਾ ਤੇ ਬੜਾ ਦੁੱਖ ਹੁੰਦਾ ਹੈ ਇੱਕ ਸਟੂਡੈਂਟ ਹੋਣ ਦੇ ਨਾਤੇ, ਜਦੋਂ ਇੱਥੇ ਆ ਕੇ ਇੱਥੇ ਵਿਹਨੇ ਆ ਵੀ ਆ ਕੀ ਕੁਛ ਹੋਈ ਜਾਂਦਾ ਯੂਨੀਵਰਸਿਟੀ 'ਚ, ਜਿੱਥੇ ਅਸੀਂ ਪੜ੍ਹੇ ਆ, ਇੰਨਾ ਟਾਈਮ ਬਤਾਇਆ, ਸਟੂਡੈਂਟ ਪੋਲਿਟਿਕਸ ਕੀਤੀ ਹੈ, ਉੱਥੇ ਕੀ ਮਾਹੌਲ ਬਣਿਆ ਹੋਇਆ ਹੈਗਾ ਵੀ ਕਿਉਂ ਅੱਜ 19ਵੇਂ ਦਿਨ ਲਈ ਇੱਥੇ ਧਰਨੇ ਤੇ ਬੈਠੇ ਆ ਆਪਾਂ, ਤੇ ਕੋਈ ਸਾਰ ਨਹੀਂ ਲੈਣ ਆ ਰਿਹਾ, ਕੋਈ ਪੁੱਛ ਨਹੀਂ ਰਿਹਾ, ਕੋਈ ਗੱਲ ਨਹੀਂ ਕਰ ਰਿਹਾ ਹੈਗਾ। ਕੀ ਨਾਲੇ ਕੋਈ ਮੰਗ ਕੀ ਹੈਗੀ ਆਪਣੀ? ਲੋਕਤੰਤਰ ਦੀ ਬਹਾਲੀ ਦੀ ਲੜਾਈ ਲੜ ਰਹੇ ਹਾਂ ਜੀ ਅਸੀਂ, ਕੋਈ ਕਿਸੇ ਦਾ ਆਪਦਾ ਪਰਸਨਲ ਮੋਟਿਵ ਨਹੀਂ ਹੈਗਾ ਵੀ ਲੋਕਤੰਤਰ ਦੀ ਬਹਾਲੀ ਦੀ ਲੜਾਈ ਹੈ ਵੀ ਸੈਨੇਟ ਇਲੈਕਸ਼ਨ ਕੰਡਕਟ ਕਰਾਉਣ ਲਈ 1 ਤਰੀਕ ਸਾਨੂੰ ਮਿਤੀ ਦਿੱਤੀ ਜਾਵੇ, ਬਸ ਆਹੀ ਹੈ। ਨਾਲ ਦੀ ਨਾਲ 3,70,000 ਵੋਟਰਾਂ ਦਾ ਵੀ ਹੱਕ ਖੋਇਆ ਜਾ ਰਿਹਾ ਵੋਟ ਪਾਉਣ ਦਾ ਜੀ। ਉਹੀ ਹੈ ਜੀ, ਤੁਸੀਂ ਦੇਖੋ ਵੀ ਇੰਨੇ ਜ਼ਿਆਦਾ ਜਿਹੜੇ ਯੂਨੀਵਰਸਿਟੀ ਦੇ ਐਕਸ ਸਟੂਡੈਂਟ ਨੇ, ਜਿਹੜੇ ਵੋਟਰ ਨੇ, ਉਹ ਜੁੜੇ ਹੋਏ ਨੇ ਇਹਦੇ ਨਾਲ। ਅਸੀਂ ਜਿਵੇਂ ਬਾਈ ਨੇ ਕਿਹਾ ਵੀ ਅਸੀਂ ਇਹ ਥੋੜੀ ਡਿਮਾਂਡ ਕਰ ਰਹੇ ਹਾਂ ਵੀ ਮੈਨੂੰ ਤੁਸੀਂ ਸਿੱਧਾ ਸੈਨੇਟ ਮੈਂਬਰ ਬਣਾ ਦਿਓ। ਅਸੀਂ ਤਾਂ ਇਹ ਡਿਮਾਂਡ ਕਰ ਰਹੇ ਹਾਂ ਨਾ, ਤੁਸੀਂ ਇਲੈਕਸ਼ਨ ਕੰਡਕਟ ਕਰਾਓ, ਜਿਹਨੂੰ ਵੋਟਰ ਚਾਹਣਗੇ ਉਹ ਬੰਦਾ ਕੁਰਸੀ ਤੇ ਬੈਠੂਗਾ। ਹੁਣ ਇਹ ਤਾਂ ਨਹੀਂ ਹੋ ਸਕਦਾ ਨਾ ਵੀ ਤੁਹਾਨੂੰ ਦਿਸ ਰਿਹਾ ਵੀ ਤੁਹਾਡੇ ਐਂਟੀ ਮਾਹੌਲ ਹੈ ਪੂਰੇ ਪੰਜਾਬ ਹਰਿਆਣੇ 'ਚ, ਤੁਹਾਡਾ ਇੱਕ ਵੀ ਬੰਦਾ ਤੁਹਾਡੀ ਪਾਰਟੀ ਦਾ ਜਿਹੜਾ ਜੁੜਿਆ ਹੋਇਆ ਤੁਹਾਡੇ ਨਾਲ, ਉਹ ਚੁਣ ਕੇ ਸੈਨੇਟ 'ਚ ਨਹੀਂ ਆ ਸਕਦਾ, ਕਿਉਂਕਿ ਲੋਕ ਤੁਹਾਨੂੰ ਵੋਟ ਪਾਉਣ ਦਾ ਦੂਰ ਦੀ ਗੱਲ, ਲੋਕ ਤਾਂ ਛਿੱਤਰ ਮਾਰਦੇ ਜੀ ਇਹਨਾਂ ਦੇ ਨਾ ਪੰਜਾਬ ਹਰਿਆਣੇ 'ਚ। ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਇਲੈਕਸ਼ਨ ਹੀ ਬੰਦ ਕਰ ਦਿਓ ਤੇ ਆਪਣੇ ਬੰਦਿਆਂ ਨੂੰ ਕਿਸੇ ਹੋਰ ਤਰੀਕੇ ਨਾਲ ਬਿਠਾਉਣ ਦੀ ਕੋਸ਼ਿਸ਼ ਕਰੋ। ਤਾਂ ਇਹ ਚੀਜ਼ਾਂ ਮਾੜੀਆਂ ਨੇ ਜੀ। ਡੈਮੋਕ੍ਰੈਟਿਕ ਆਪਣਾ ਜਿਹੜਾ ਕੰਟਰੀ ਆ, ਦੇਸ਼ ਦੇ ਵਿੱਚ ਡੈਮੋਕ੍ਰੇਸੀ ਆ ਜਿਹੜੀ, ਉਹ ਹੋਣੀ, ਬਹਾਲ ਹੋਣੀ ਚਾਹੀਦੀ ਆ। ਵੋਟਰ ਨੂੰ ਡਿਸਾਈਡ ਕਰਨ ਦਿਓ ਕਿ ਉਹਨਾਂ ਨੇ ਕਿਸ ਬੰਦੇ ਨੂੰ ਜਿਤਾਉਣਾ, ਕਿਸ ਨੂੰ ਨਹੀਂ ਜਿਤਾਉਣਾ। ਥੋੜਾ ਜਿਹਾ ਕੰਪੈਰੀਜ਼ਨ ਕਰੋ ਤੁਸੀਂ ਦੋਨੋਂ, ਪੁਰਾਣੇ VC ਦਾ ਔਰ ਇਸ VC ਦਾ, ਜਿਹੜਾ ਇੰਨਾ ਮਤਲਬ ਇੱਕ ਇੰਨੇ ਖਿਲਾਫ ਆ ਬੱਚੇ, ਹਰ ਇੱਕ ਪ੍ਰੋਟੈਸਟ ਅੱਜ ਇਹ ਪਹਿਲਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਚੱਲ ਰਿਹਾ ਸੀ VC ਦੇ ਖਿਲਾਫ। ਹੁਣ ਯੂਨੀਵਰਸਿਟੀ ਰੀਓਪਨ ਕਰਨ ਦਾ ਵੀ ਤੁਹਾਡਾ ਨਾਲ ਹੈ ਨਾ, ਸੈਨੇਟ ਦਾ ਵੀ ਨਾਲ ਹੈ। ਕੀ ਕੰਪੈਰੀਜ਼ਨ ਕਰਕੇ ਤੁਹਾਨੂੰ ਕੀ ਫਰਕ ਲੱਗਦਾ ਦੋਨਾਂ ਦੇ ਵਿੱਚ? ਇਹ ਫਰਕ ਇਹ ਆ ਜੀ, ਜਿਵੇਂ ਬਾਈ ਹੋਰਾਂ ਨੇ ਦੱਸਿਆ, ਸਾਡੇ ਸੀਨੀਅਰ ਨੇ, ਤਾਂ ਪਿਛਲੇ 10 ਸਾਲ ਤੋਂ ਮੈਂ ਵੀ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ, ਯੂਨੀਵਰਸਿਟੀ ਦੇ ਵਿੱਚ ਹੀ ਆ 10 ਸਾਲ ਤੋਂ। ਤਾਂ ਵਾਈਸ ਚਾਂਸਲਰ ਕੋਈ ਐਡਾ ਹਊਆ ਨਹੀਂ ਹੁੰਦਾ ਸੀ ਵੀ ਕੋਈ ਐਡਾ ਮਤਲਬ ਜਿਵੇਂ ਹੁੰਦਾ ਨਹੀਂ ਬਾਈ ਤਾਨਾਸ਼ਾਹ ਟਾਈਪ ਜਿਹੜੀ ਫੀਲਿੰਗ ਆ ਉਹ ਆ ਰਹੀ ਆ ਵੀ ਪਾਇਲਟ ਗੱਡੀਆਂ ਜਾ ਰਹੀਆਂ ਅੱਗੇ, ਲੋਕ ਉਹਨੂੰ ਮਿਲ ਹੀ ਨਹੀਂ ਪਾ ਰਹੇ, ਕਿਸੇ ਨੇ ਸ਼ਕਲ ਹੀ ਨਹੀਂ ਦੇਖੀ ਉਹਦੀ। ਤਾਂ ਪੁਰਾਣੇ ਵਾਈਸ ਚਾਂਸਲਰ ਤਾਂ ਤੁਰਦੇ ਮਿਲ ਜਾਂਦੇ ਸੀ ਕੰਟੀਨਾਂ ਦੇ ਉੱਤੇ, ਅਪਰੋਚੇਬਲ ਹੁੰਦੇ ਸੀ ਜੀ। ਮਤਲਬ ਜਿਹੜੀ ਇਹਨਾਂ ਨੇ ਹੁਣ ਇੱਕ ਨਵੀਂ ਨੀਤੀ ਜਿਵੇਂ ਚਲਾ ਲਈ ਹੈ ਵੀ ਅਪਰੋਚੇਬਲ ਹੀ ਨਹੀਂ ਹੈਗੇਗੇ। ਤੁਸੀਂ ਇਹ ਦੇਖੋ ਵੀ ਜਿਹੜਾ ਸਟੂਡੈਂਟ ਤੇ ਅਥਾਰਟੀ ਦਾ ਰਿਲੇਸ਼ਨ ਹੈ ਨਾ, ਉਹ ਬੜੀ ਬੁਰੀ ਤਰ੍ਹਾਂ ਜੈਪਰਡਾਈਜ਼ ਹੋ ਰਿਹਾ ਹੈਗਾ।
ਤੁਸੀਂ ਇਹ ਦੇਖੋ ਵੀ ਉਹ ਮਤਲਬ ਮਿਲਣਾ ਹੀ ਨਹੀਂ ਚਾਹੁੰਦੇਗੇ ਆਪਦੇ ਸਟੂਡੈਂਟਸ ਨੂੰ, ਸਟੂਡੈਂਟਸ ਨਾਲ ਗੱਲਬਾਤ ਕਰਨਗੇ, ਉਹਨਾਂ ਦੀਆਂ ਗ੍ਰੀਵੀਐਂਸਸ ਸੁਣਨਗੇ, ਫੇਰ ਹੀ ਸਟੂਡੈਂਟ ਸਹੀ ਤੁਹਾਡੇ ਤੇ ਵਿਸ਼ਵਾਸ ਕਰਨਗੇ ਨਾ, ਆਪਦੇ ਵਾਈਸ ਚਾਂਸਲਰ ਤੇ ਜਾਂ ਆਪਦੀ ਅਥਾਰਟੀ ਤੇ। ਜਿੰਨਾ ਚਿਰ ਤੁਸੀਂ ਉਹਨਾਂ ਦੀ ਗ੍ਰੀਵੀਐਂਸ, ਉਹਨਾਂ ਦੀ ਗੱਲਬਾਤ, ਉਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਹੈ ਉਹ ਨਹੀਂ ਸੁਣੋਗੇ ਤਾਂ ਫਿਰ ਰਿਲੇਸ਼ਨ ਖਰਾਬ ਹੀ ਹੋਣਾ ਹੈਗਾ ਜੀ। ਇਹ ਫਰਕ ਹੈ ਵਾਈਸ ਚਾਂਸਲਰ ਦੇ, ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲਾਂ ਦੇ ਹੋਰ ਜਿੰਨੇ ਵੀ ਵਾਈਸ ਚਾਂਸਲਰ ਸਾਹਿਬ ਰਹੇ ਹੈ, ਕੋਈ ਇਹ ਨਹੀਂ ਹੋਇਆ ਇਦੋਂ ਪਿਛਲੇ ਜਾਂ ਕੋਈ, ਸਾਰਿਆਂ ਨਾਲ ਵਧੀਆ ਰੈਪੋ ਸੀ ਯੂਨੀਵਰਸਿਟੀ ਸਟੂਡੈਂਟਸ ਦੀ, ਮਿਲਦੇ ਕਰਦੇ ਸੀ, ਸਾਰਿਆਂ ਨਾਲ ਵਧੀਆ ਰਿਹਾ ਹੈਗਾ। ਇਹ ਨਵਾਂ ਹੀ ਚੀਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਐਤਕੀ ਆ ਕੇ ਹੀ ਅਸੀਂ ਦੇਖੀ ਹੈ ਵੀ ਇਹ ਪ੍ਰੋਬਲਮ ਆ ਰਹੀ ਹੈਗੀ ਹੈ ਵੀ ਇਹ ਮਿਲ ਹੀ ਨਹੀਂ ਰਹੇਗੇ, ਗੱਲ ਸੁਣਨੀ ਜਾਂ ਉਹਦਾ ਹੱਲ ਕਰਨਾ ਤਾਂ ਇੱਕ ਡਿਫਰੈਂਟ ਇਸ਼ੂ ਹੈ। ਉਹੀ ਚੀਜ਼ ਹੈ ਮਤਲਬ ਵੀ ਇਹਨਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਨਾ ਵੀ ਆ ਕੇ ਤੁਸੀਂ ਸਾਡੀ ਗੱਲ ਸੁਣੋ, ਉਸ ਚੀਜ਼ ਤੇ ਡਿਸਕਸ਼ਨ ਕਰਦੇ ਹਾਂ, ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕੀ ਪ੍ਰੋਬਲਮਸ ਹੈ, ਉਸ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਆਏ ਇਗਨੋਰ ਮਾਰ ਕੇ ਇੰਨੇ ਦਿਨ ਬੈਠ ਕੇ ਅਸੀਂ ਇੱਥੇ ਬੈਠੇ ਹਾਂ, ਕੋਈ ਸਾਰ ਨਹੀਂ ਲੈ ਰਿਹਾ, ਕੋਈ ਪੁੱਛ ਨਹੀਂ ਰਿਹਾ, ਇਹ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਜੀ, ਸਾਨੂੰ ਪਹਿਲੀ ਵਾਰੀ ਦੇਖੀ ਹੈ। ਬੱਚੇ ਇੱਥੇ ਧਰਨੇ ਤੇ ਬੈਠੇ ਆ, ਦਿਨ ਰਾਤ ਬੈਠੇ ਆ, ਕਿੰਨੀ ਹਾਰਸ਼ ਕੰਡੀਸ਼ਨਸ ਆ, ਮੀਂਹ ਪੈ ਰਿਹਾ ਆ, ਤੇ ਨਾਲ ਹੀ ਲਾਅ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਆ, ਦੇਸ਼ ਦੇ ਡਿਫੈਂਸ ਮਿਨਿਸਟਰ ਉਹਦੇ ਵਿੱਚ ਲਾਈਵ ਬੋਲ ਰਹੇ ਆ। ਐਂਡ ਹੈਰਾਨੀ ਦੀ ਗੱਲ ਹੈ ਕਿ ਵੀਸੀ ਉੱਥੇ ਸਿੱਧੇ ਨਹੀਂ ਆਏ, ਉਹ ਬਾਈ ਕਾਨਫਰੰਸ, ਬਾਈ ਵਰਚੁਅਲ ਢੰਗ ਦੇ ਨਾਲ ਵਿੱਚ ਪ੍ਰੈਜ਼ੈਂਟ ਸੀਗੇ, ਉਹ ਯੂਨੀਵਰਸਿਟੀ 'ਚ ਮੌਜੂਦ ਸੀਗੇ ਵੀਸੀ ਉਸ ਦਿਨ ਜੀ। ਸਾਨੂੰ ਤਾਂ ਸੁਣਨ 'ਚ ਇਹੀ ਆਇਆ ਸੀ ਵੀ ਸੀਗੇ ਮੌਜੂਦ। ਆਏ ਨਾ ਜੀ, ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਇੰਨੇ ਅਨਅਪਰੋਚੇਬਲ ਹੈ ਉਹਨਾਂ ਦੇ ਪ੍ਰੋਗਰਾਮ ਦਾ ਵੀ ਸਾਨੂੰ ਪਤਾ ਨਹੀਂ ਰਹਿੰਦਾ ਹੈਗਾ। ਉਹ ਇਹ ਹੈ ਵੀ ਅਸੀਂ ਸਿਰਫ ਕਿਆਸ ਲਾ ਸਕਦੇ ਹੁੰਨੇ ਆ, ਉਹ ਥੱਲੋਂ ਉਹਨਾਂ ਦੇ ਜਿਹੜੇ ਚੱਲ ਰਹੀ ਸੀ ਵਰਚੁਅਲ ਮੀਟਿੰਗ, ਉਹਦੇ ਤੋਂ ਜਿਹੜੇ ਉਹਨਾਂ ਦੇ ਮੈਸੇजेस ਆ ਰਹੇ ਸੀ, ਕਮੈਂਟਸ ਆ ਰਹੇ ਸੀ, ਜਾਂ ਉਹਨਾਂ ਤੋਂ ਜਿਹੜੇ ਹੋਰ ਬੰਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਉਹਨਾਂ ਤੋਂ ਅਸੀਂ ਕਿਆਸ ਹੀ ਲਾ ਰਹੇ ਸੀਗੇ ਵੀ ਇਹ ਕਿੱਥੇ ਹੋ ਸਕਦੇ ਹੈ। ਉਹ ਤਾਂ ਸਾਨੂੰ ਲੱਗਿਆ ਸੀ ਵੀ ਜੇ ਬਾਕੀ ਉੱਥੇ ਬੈਠੇ ਹੈ, ਲਾਅ ਆਡੀਟੋਰੀਅਮ 'ਚ ਬੈਠੇ ਹੈਗੇ ਹੈ, ਤਾਂ ਹੋ ਸਕਦਾ ਵੀਸੀ ਸਾਹਿਬ ਵੀ ਉੱਥੇ ਹੋਣ, ਕਿਉਂਕਿ ਵੈਸੇ ਤਾਂ ਉਹਨਾਂ ਨੇ ਸ਼ਕਲ ਨਾ ਕਦੇ ਦਿਖਾਈ ਹੈ ਤੇ ਨਾ ਦਿਖਾਉਣੀ ਹੈ, ਪਤਾ ਨਹੀਂ ਵੀ ਹੋ ਸਕਦਾ ਉੱਥੇ ਜਾ ਕੇ ਜੇ ਗੱਲ ਕਰੀਏ ਜਾਂ ਉਹ ਬਾਹਰ ਨਿਕਲਦੇ ਕਰਦੇ ਸਾਡੇ ਸਾਹਮਣੇ ਆ ਜਾਣ ਤੇ ਉਹਨਾਂ ਨੂੰ ਆਪਦੀ ਗ੍ਰੀਵੀਐਂਸ ਦੱਸ ਸਕੀਏ ਅਸੀਂ। ਇਸ ਕਰਕੇ ਮਤਲਬ ਅਸੀਂ ਸੋਚਿਆ ਸੀ, ਸਾਨੂੰ ਕੋਈ ਪੱਕਾ ਨਹੀਂ ਪਤਾ ਸੀਗਾ, ਪਰ ਹੁਣ ਕਿਤੇ ਤਾਂ ਜਾਣਾ ਹੀ ਸੀ ਜੀ, ਉਹ ਤਾਂ ਹੁਣ ਸਾਡੇ ਕੋਲੇ ਆ ਰਹੀ ਨੇ, ਸਾਨੂੰ ਜਾਣਾ ਪੈਣਾ ਸੀ ਉਹਨਾਂ ਕੋਲੇ, ਇਸ ਕਰਕੇ ਅਸੀਂ ਉੱਥੇ ਜਾਣ ਦਾ ਸੋਚਿਆ ਸੀ। ਤੁਹਾਡੇ ਕੋਲ ਸਾਰੇ ਪੋਲੀਟੀਕਲ ਲੋਕ ਆਏ ਐਂਡ ਟੰਡਨ ਜੀ ਸੀਗੇ, ਉਹਨਾਂ ਦੇ ਫਾਦਰ ਦੀ ਲਾਈਕ ਉੱਥੇ ਪ੍ਰੋਗਰਾਮ ਸੀਗਾ, ਤਾਂ ਉਹ ਤੁਹਾਡੇ ਕੋਲ ਨਹੀਂ ਆਏ ਸਪੋਰਟ ਦੇਣ ਦੇ ਲਈ ਕੁਝ? ਉਹੀ ਫਿਰ ਗੱਲ ਤਾਂ ਇਹ ਹੈ ਨਾ ਜੀ, ਉਹਨਾਂ ਦੀ ਤਾਂ ਪਰ ਨਹੀਂ, ਤੁਸੀਂ ਤਾਂ ਇੱਕ ਸਟੂਡੈਂਟ ਯੂਨੀਅਨ ਹੈ, ਤੁਸੀਂ ਕਿਹੜਾ ਕੋਈ ਪੋਲੀਟੀਕਲ? ਉਹਨਾਂ ਨੇ ਅੱਗੇ ਆਪਣੇ ਬੌਸ, ਜਿਹੜੇ ਉਹਨਾਂ ਦੇ ਬੌਸ ਨੇ, ਉਹਨਾਂ ਨੂੰ ਵੀ ਮੂੰਹ ਦਿਖਾਉਣਾ ਨਾ ਜੀ, ਸਾਡੇ ਕੋਲੇ ਆ ਜਾਣਗੇ ਤਾਂ ਫਿਰ ਉਹਨਾਂ ਨੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਹਨਾਂ ਕੋਲੇ ਕਿਉਂ ਗਏ। ਇਹੀ ਤਾਂ ਮਸਲਾ ਨਾ ਜੀ, ਕੋਈ ਵੀ ਬੰਦਾ ਸੰਵਾਦ ਜਿਹੜਾ ਹੁੰਦਾ ਨਾ, ਡਾਇਲੌਗ ਕਰਕੇ ਰਾਜੀ ਨਹੀਂ ਹੈਗੇ ਇਹ। ਜੇ ਉਹ ਉੱਥੋਂ ਗੱਲ ਸ਼ੁਰੂ ਹੋਊਗੀ, ਮਿਲਣਗੇ ਸਾਨੂੰ, ਬੈਠਣਗੇ ਸਾਡੇ ਨਾਲ, ਤਾਂ ਕਿਸੇ ਨਾ ਕਿਸੇ ਰਾਹ ਪੈਂਦੀ ਹੈ ਨਾ ਗੱਲ। ਤਾਂ ਮਸਲਾ ਹੀ ਇਹ ਆ ਵੀ ਬਾਈ ਨੇ ਕਿਹਾ ਅਪਰੋਚੇਬਲ ਨਹੀਂ ਹੈਗੇ, ਦੂਰੀ ਬਣਾ ਕੇ ਚੱਲਦੇ ਨੇ। ਇਹਨਾਂ ਨੂੰ ਇਹ ਲੱਗਦਾ ਇਹੀ ਸੇਮ ਪਾਲਿਸੀ ਉੱਥੇ ਸਾਡੇ ਬਜ਼ੁਰਗਾਂ ਨਾਲ ਲਾਈ ਜਾ ਰਹੀ ਹੈ, ਦਿੱਲੀ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਇਹੀ ਪਾਲਿਸੀ ਆ ਵੀ ਇਹਨਾਂ ਨੂੰ ਬੈਠੇ ਰਹਿਣ ਦਿਓ, ਇਹਨਾਂ ਨੂੰ ਅਕਾ ਦਿਓ, ਇਹਨਾਂ ਨੂੰ ਥਕਾ ਦਿਓ, ਤੇ ਉਹੀ ਮੈਨੂੰ ਲੱਗਦਾ ਸੇਮ ਪਾਲਿਸੀ ਜਿਹੜੀ ਉਹੀ ਦਿਮਾਗ ਪਿੱਛੇ ਕੰਮ ਕਰਦੇ ਨੇ, ਉਹ ਇੱਥੇ ਲਾਈ ਜਾ ਰਹੀ ਹੈ। ਪਰ ਆਈ ਥਿੰਕ ਕਿਸਾਨ ਅੰਦੋਲਨ ਤਾਂ ਬਹੁਤ ਸਟਰੋਂਗ ਹੋਇਆ, ਜਿੰਨਾ ਇਹਨਾਂ ਨੇ ਅਕਾਇਆ ਉਹਨਾਂ ਹੀ ਵਧਿਆ ਹੈ। ਸੋ ਸੇਮ ਹੇਅਰ, ਇਹ ਵੀ ਸਟਰੋਂਗ ਹੋਇਆ ਵੀ ਉਹਨਾਂ ਹੀ ਚੱਲ ਆਈ ਰਿਹਾ ਹੁੰਦਾ, ਹੈ। ਉਨੀ ਗੱਲ ਜਾ ਰਹੀ ਹੈ। ਜਦੋਂ ਤੁਸੀਂ ਪਬਲਿਕ ਨੂੰ ਇੰਨਾ ਪਰੇਸ਼ਾਨ ਕਰੋਗੇ, ਇੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ, ਆਪਦੇ ਡਿਸੀਜਨ ਉਹਨਾਂ ਤੇ ਥੋਪਣ ਦੀ ਕੋਸ਼ਿਸ਼ ਕਰੋਗੇ, ਤਾਂ ਫਿਰ ਲੋਕ ਤਾਂ ਪ੍ਰੋਟੈਸਟ ਕਰਨਗੇ ਹੀ, ਉਸ ਚੀਜ਼ ਦੇ ਅਗੇਂਸਟ ਆਵਾਜ਼ ਚੱਕਣਗੇ, ਤੇ ਉਹ ਵਧੀਆ ਗੱਲ ਹੈ ਜੀ। ਜਦੋਂ ਕਦੇ ਦੇਸ਼ ਦੇ ਵਿੱਚ ਜਾਂ ਕਦੇ ਜਿਵੇਂ ਉਹਨਾਂ ਯੂਨੀਵਰਸਿਟੀ ਲੈਵਲ ਤੇ ਆਪਾਂ ਧਰਨਾ ਲਾਇਆ ਹੈ, ਕਦੇ ਵੀ ਕੋਈ ਇਹੋ ਜਿਹੀ ਪ੍ਰੋਬਲਮ ਉੱਠੀ ਹੈਗੀ ਹੈ, ਉਦੋਂ ਸਟੂਡੈਂਟਸ ਨੇ, ਲੋਕਾਂ ਨੇ ਇਕੱਠੇ ਹੋ ਕੇ, ਪਬਲਿਕ ਨੇ ਆਵਾਜ਼ ਚੱਕੀ ਆ ਨਿਆਂ ਦੇ ਖਿਲਾਫ, ਤੇ ਉਹ ਚੱਕਣੀ ਵੀ ਚਾਹੀਦੀ ਹੈ, ਉਹ ਬੜੀ ਜ਼ਰੂਰੀ ਹੈ ਜੀ। ਲੋਕਤੰਤਰ ਦੀ ਲੜਾਈ ਲਈ ਬੜੀ ਜ਼ਰੂਰੀ ਹੈ। ਬਿਲਕੁਲ, ਡੈਮੋਕ੍ਰੇਸੀ ਨੂੰ ਬਚਾਉਣਾ ਇਹ ਪ੍ਰੋਟੈਸਟ ਤੁਹਾਡੇ ਸਕਦੇ ਆ, ਹਨ। ਉਹੀ ਹੈ ਨਾ ਜੀ, ਇਹ ਯੂਨੀਵਰਸਿਟੀ ਇੱਕ ਆਟੋਨੋਮਸ ਬਾਡੀ ਹੈ, ਆਪਦੀ ਹੋਂਦ ਹੈ ਇਹਦੀ ਇੱਕ। ਉਹਨੂੰ ਕੋਈ ਇੱਕ ਪ੍ਰਾਈਵੇਟ ਬੰਦਾ, ਇੱਕ ਇੰਡੀਵਿਜੂਅਲ ਇਹ ਸੋਚ ਕੇ ਵੀ ਮੈਂ ਇਹਨੂੰ ਹਾਈਜੈਕ ਕਰ ਲਾਂ ਜਾਂ ਸਿਰਫ ਆਪਦੀ ਬਣਾ ਕੇ ਚੱਲਾਂ, ਇਹ ਚੀਜ਼ ਪੋਸੀਬਲ ਨਹੀਂ ਹੈਗੀ। ਫਿਰ ਉਹਦੀ ਜਿਹੜਾ ਲੋਕਤੰਤਰਿਕ ਢਾਂਚਾ ਹੈ, ਉਹਦਾ ਡੈਮੋਕ੍ਰੈਟਿਕ ਸੈਟਅਪ ਹੈ, ਉਹ ਅਟੈਕ ਦੇ ਅੰਡਰ ਆ ਜਾਂਦਾ ਹੈਗਾ, ਉਹ ਖਤਰੇ 'ਚ ਆ ਜਾਂਦਾ ਹੈਗਾ। ਉਸ ਫਿਰ ਲੋਕਤੰਤਰਿਕ ਢਾਂਚੇ ਨੂੰ ਬਚਾਉਣ ਲਈ ਇਹੋ ਜਿਹੇ ਪ੍ਰੋਟੈਸਟ, ਇਹੋ ਜਿਹੀਆਂ ਚੀਜ਼ਾਂ, ਹੁਣ ਇਹ ਸਾਰਾ ਜਿਹੜਾ ਮੁੱਦਾ ਦੇਖੋ ਨਾ ਜੀ ਤੁਸੀਂ, ਇਹਦੇ ਸੈਨੇਟ ਇਲੈਕਸ਼ਨ ਕੰਡਕਟ ਕਰਾਉਣ ਦੀ ਵੀ ਜਿਹੜੀ ਗੱਲ ਹੈ, ਉਹ ਅਸਲ ਦੇ ਵਿੱਚ ਤਾਂ ਇਹਦੀ ਜਿਹੜੀ ਯੂਨੀਵਰਸਿਟੀ ਦੀ ਹੋਂਦ ਹੈ, ਯੂਨੀਵਰਸਿਟੀ ਦਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ, ਉਹਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ, ਉਹਦੇ ਅਗੇਂਸਟ ਹੀ ਹੈ ਨਾ। ਇਸ ਕਰਕੇ ਮਤਲਬ ਜਦੋਂ ਕੋਈ ਇਹੋ ਜਿਹਾ ਅਤਿਆਚਾਰ, ਅਨਿਆਏ, ਇਹੋ ਜਿਹੀ ਚੀਜ਼ ਹੁੰਦੀ ਹੈ, ਉਦੋਂ ਅੱਗੋਂ ਐਜੀਟੇਸ਼ਨ ਕਰਕੇ, ਪ੍ਰੋਟੈਸਟ ਕਰਕੇ ਲੋਕ ਉਹਦਾ ਸਾਹਮਣਾ ਕਰਦੇ ਹੈ, ਉਹਦੇ ਅਗੇਂਸਟ ਆਪਦੀ ਆਵਾਜ਼ ਚੱਕਦੇ।
ਇੱਥੇ ਦੱਸਣ ਵਾਲੀ ਗੱਲ ਇਹ ਵੀ ਬਣਦੀ ਹੈ ਕਿ ਸੈਨੇਟ ਕੋਲ ਇੰਨੀ ਪਾਵਰ ਹੁੰਦੀ ਹੈ, ਸਿੰਡੀਕੇਟ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹ ਵੀਸੀ ਨੂੰ ਮਨਮਰਜ਼ੀ ਨਹੀਂ ਕਰਨ ਦਿੰਦੇ, ਇਹੀ ਹੈ ਜੀ ਹੈ ਨਾ। ਖਾਸ ਮੇਨ ਗੱਲ ਇਹ ਹੈ, ਔਰ ਮੇ ਵੀ ਇਹੀ ਮਨਮਰਜ਼ੀ ਕਰਨ ਦੇ ਲਈ ਜਿਹਨੂੰ ਡਿਕਟੇਟਰਸ਼ਿਪ ਆਪਾਂ ਕਹਿ ਰਹੇ ਹਾਂ, ਦੇ ਆਰ ਟਰਾਈਂਗ ਟੂ ਡਿਸਮੈਂਟਲ ਸੈਨੇਟ, ਹੈ ਨਾ, ਕਿਸੇ ਜੀ। ਢੰਗ ਬਿਲਕੁਲ ਦੇ ਬਿਲਕੁਲ ਨਾਲ। ਇਹੀ ਗੱਲ ਹੈ ਜੀ। ਇਹ ਜਿਹੜੀ ਮੁੱਦੇ ਦੀ ਜਿਹੜੀ ਇੰਪੋਰਟੈਂਸ ਹੈ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਸਮਝ ਆਈ ਗਈ ਹੈ, ਕਿਉਂਕਿ ਪੰਜਾਬ ਦੇ ਏਡੇ ਵੱਡੇ ਵੱਡੇ ਲੀਡਰ ਨੇ ਸਾਰੇ ਜਿਹੜੇ ਆਏ ਆ ਤੁਹਾਡੇ ਰਾਜਨੀਤਿਕ ਕੋਲ, ਪਾਰਟੀਆਂ ਨੇ, ਉਹ ਤਾਂ ਹੀ ਇੰਟਰਸਟਡ ਲੈਣਾ ਜੀ। ਸਾਰਿਆਂ ਨੂੰ ਦਿਸ ਰਹੀ ਹੈ ਇਹ ਗੱਲ, ਤੇ ਇਸ਼ੂ ਪੰਜਾਬ ਪਹਿਲਾਂ ਨਾਲ ਜੁੜਿਆ ਕਦੋਂ ਹੋਇਆ। ਦਿਖਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ ਕਿ ਸੈਨੇਟ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਨਾ ਰਹੇ ਸੈਨੇਟ, ਡੈਮੋਕ੍ਰੈਟਿਕ ਢਾਂਚੇ ਨੂੰ ਖਤਮ ਕਰਨ ਦੀ ਕੋਸ਼ਿਸ਼? ਪਹਿਲਾ ਸਾਈਨ ਕੀ ਦਿਖਿਆ? ਇਹ ਨਾ ਜੀ ਸੈਨੇਟ ਦੀ ਮੀਟਿੰਗ ਦੇ ਵਿੱਚ ਇਹਨਾਂ ਦੇ ਇੱਕ ਐਮਪੀ ਨੇ, ਸੋਮ ਪ੍ਰਕਾਸ਼ ਜੀ, ਹੁਸ਼ਿਆਰਪੁਰ ਤੋਂ, ਬੀਜੇਪੀ ਦੇ। ਉਹਨਾਂ ਨੇ ਸੈਨੇਟ ਦੀ ਮੀਟਿੰਗ ਦੇ ਵਿੱਚ ਇਹ ਗੱਲ ਬੋਲੀ ਸੀ ਕਿ ਜੇ ਅਸੀਂ 370 ਹਟਾ ਸਕਦੇ ਹਾਂ ਤਾਂ ਫਿਰ ਸਾਡੇ ਲਈ ਸੈਨੇਟ ਕੀ ਚੀਜ਼ ਹੈ, ਸੈਨੇਟ ਖਤਮ ਕਰਨੀ ਸਾਡੇ ਲਈ ਕੀ ਚੀਜ਼ ਹੈ। ਤਾਂ ਉਹ ਤਾਂ ਉਹਨਾਂ ਨੇ ਅਫੀਸ਼ੀਅਲ ਹਨਾ ਬੋਲ ਕੇ ਇਹ ਗੱਲ ਉਹਨਾਂ ਨੇ ਦੱਸਤਾ ਸੀ ਉਹਨਾਂ ਨੇ। ਆਪਣੇ ਤੁਸੀਂ ਮਾਸ਼ੇ ਦੇਖੋ ਪਹਿਲਾਂ ਹੀ ਮਾਈਂਡ ਸੈਟ ਇਹਨਾਂ ਦਾ ਬਣਿਆ ਹੋਇਆ ਸੀ ਨਾ, ਫੇਰ ਹੀ ਇਹਨਾਂ ਨੇ ਇਹ ਗੱਲ ਕਹੀ। ਦੇਖੋ ਤੁਸੀਂ ਮਤਲਬ, ਐਂਡ ਇਹ ਗੱਲ 'ਚ ਕਿੰਨੀ ਸੱਚਾਈ ਲੱਗਦੀ ਹੈ ਕਿ ਵੀਸੀ ਬਿਲੋਂਗਸ ਟੂ ਸੰਘ? ਸੱਚਾਈ ਹੈ ਜੀ। ਤੁਸੀਂ ਇਹ ਤਾਂ ਹੁਣ ਉਹਨਾਂ ਦੇ ਸਾਰੇ ਸਿਗਨਲ ਨੇ, ਜਿਵੇਂ ਜਿਵੇਂ ਉਹਨਾਂ ਨੇ ਇੱਥੇ ਆ ਕੇ ਆਪਣੇ ਘਰ ਦੇ ਉੱਪਰ ਤਰਸ਼ੂਲ ਲਾਇਆ ਤੇ ਭਗਵਾ ਝੰਡਾ ਉਹਨਾਂ ਦੇ ਘਰ ਦੇ ਉੱਤੇ ਚੜਾਇਆ ਜਾਂਦਾ ਹੈ, ਰੋਡ ਬੰਦ ਕਰ ਦਿੱਤੀ ਜਾਂਦੀ ਆ ਵਾਸਤੂ ਸ਼ਾਸਤਰ ਦੇ ਨਾਂ ਤੇ। ਤਾਂ ਇਹ ਤਾਂ ਕਲੀਅਰ ਹੀ ਹੈ ਇਹ ਜੀ। ਉਹਨਾਂ ਦੀ ਜਿਹੜੀ ਸੋਚ ਹੈ ਨਾ ਜੀ, ਉਹਨਾਂ ਦੇ ਕਰਮ, ਉਹਨਾਂ ਦੇ ਜਿਹੜੇ ਕੰਮ ਕਰਦੇ, ਉਹ ਤਰੀਕਾ ਹੈ ਉਹ ਕੰਮ ਕਰਨ ਦਾ, ਉਹ ਦਰਸਾਉਂਦਾ ਹੈਗਾ। ਅਸੀਂ ਇਹ ਮਤਲਬ ਉਸੇ ਤੋਂ ਹੀ ਕਿਆਸ ਲਾਇਆ ਹੈਗਾ ਇਹ ਚੀਜ਼। ਕੋਈ ਐਂ ਕਿਸੇ ਨੂੰ ਪਤਾ ਨਹੀਂ ਹੁੰਦਾ, ਜਦੋਂ ਵਾਈਸ ਚਾਂਸਲਰ ਕੋਈ ਵੀ ਅਥਾਰਟੀ ਇੱਥੋਂ ਉੱਪਰੋਂ ਬਣ ਕੇ ਆ ਜਾਂਦੀ ਹੈ, ਉਹਦਾ ਕੋਈ ਪਤਾ ਨਹੀਂ ਹੁੰਦਾ ਵੀ ਕੌਣ ਆਇਆ, ਕਿਵੇਂ ਆਇਆ ਹੈਗਾ। ਉਹ ਜਦੋਂ ਫਿਰ ਆਪਦੇ ਕੰਮ ਨਾਲ ਪਤਾ ਲੱਗਦਾ, ਜਦੋਂ ਉਹ ਆਪਦਾ ਕੰਮ ਸੈਟਅਪ ਕਰਦਾ ਇੱਥੇ, ਕਿਸ ਹਿਸਾਬ ਨਾਲ ਉਹ ਡੀਲ ਕਰਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਨਅਪਰੋਚੇਬਲ ਹੈਗੇ ਆ, ਕਿਸ ਹਿਸਾਬ ਨਾਲ ਆਪਦਾ ਇੱਥੇ ਪੋਲੀਟਿਕਸ ਆਪਦੇ ਹਿਸਾਬ ਨਾਲ ਚਲਾ ਰਹੇ, ਆਪਦੇ ਬੰਦੇ ਫਿੱਟ ਕਰ ਰਹੇ ਹੈ, ਜੋ ਕੁਛ ਇੱਥੇ ਕਰ ਰਹੇ ਆ, ਉਸ ਹਿਸਾਬ ਤੋਂ ਉੱਥੋਂ ਪਤਾ ਲੱਗਦਾ ਹੈ ਵੀ ਇਹ ਉਹੀ ਚੀਜ਼ ਹੈ ਜਿਹੜੀ ਜਿਵੇਂ ਦਿੱਲੀ ਹੋ ਰਹੀ ਹੈ ਕਿਸਾਨਾਂ ਦੇ ਅਗੇਂਸਟ ਹੋ ਰਹੀ ਹੈ, ਉਹੀ ਚੀਜ਼ ਇੱਥੇ ਚੱਲ ਰਹੀ ਹੈ। ਉਸ ਚੀਜ਼ ਤੋਂ ਅਸੀਂ ਕਿਆਸ ਲਾਉਣੀ ਹੈ ਵੀ ਇਹ ਆਰਐਸਐਸ ਏਜੰਡਾ ਹੋ ਸਕਦਾ ਹੈ। ਐਂਡ ਦਿੱਲੀ ਦੇ ਬਾਰਡਰਾਂ ਤੇ ਵੀ ਜਿੱਦਾਂ ਬੈਰੀਕੇਡਿੰਗ ਆ, ਉਦਾਂ ਹੀ ਵੀਸੀ ਦੀ ਰੈਜ਼ੀਡੈਂਸ ਤੇ ਆਈ ਜਸਟ ਸੌ ਆਫਿਸ ਤੇ ਬੈਰੀਕੇਡਿੰਗ। ਦੇਖੋ ਜੀ, ਸਾਹਮਣੇ ਦਫ਼ਤਰ ਤੇ ਦੇਖੋ, ਹਾਂਜੀ, ਇਹ ਦਫ਼ਤਰ ਹੈ। ਤਰਸ਼ੂਲ ਲਾਏ ਹੋਏ ਹੈ, ਬੰਦ ਕੀਤਾ ਹੋਇਆ ਬਾਰਡਰ, ਇੰਡੀਆ ਪਾਕਿਸਤਾਨ ਦਾ ਬਾਰਡਰ ਤੇ ਇੰਨੀ ਮੈਨੂੰ ਲੱਗਦਾ ਉਹ ਨਹੀਂ ਹੋਣਾਗਾ। ਵੀ ਦੱਸੋ ਤੁਸੀਂ ਇਹ ਕੀ ਮਤਲਬ ਕਹਿਣਾ ਬੱਚਿਆਂ ਚਾਹੁੰਦੇ ਨੂੰ ਹੋ? ਇੰਨਾ ਖਤਰਾ ਕਿਉਂ ਹੈ? ਪਹਿਲਾਂ ਜਿਵੇਂ ਹੁਣ ਪਹਿਲਾਂ ਦੀ ਤੁਸੀਂ ਗੱਲ ਕਰ ਰਹੇ ਸੀ, ਇਹ ਗੇਟ ਖੁੱਲਾ ਹੁੰਦਾ ਸੀਗਾ ਜੀ, ਅੱਗੇ ਜਾ ਕੇ ਸਟੂਡੈਂਟ ਉੱਥੇ ਜਾ ਸਕਦੇ ਸੀ। ਅਸੀਂ ਅੰਦਰ ਜਾਂਦੇ ਸੀ ਤੇ ਉੱਥੇ ਸਿਰਫ ਇੱਕ ਗਾਰਡ ਤੁਹਾਨੂੰ ਰਜਿਸਟਰ ਤੇ ਸਾਈਨ ਕਰਾਉਂਦਾ ਸੀ, ਉਹਨਾਂ ਨੂੰ ਅਸੀਂ ਦੱਸ ਦੇਈਦਾ ਸੀ ਵੀ ਵਾਈਸ ਚਾਂਸਲਰ ਸਾਹਿਬ ਨੂੰ ਮਿਲਣਾ ਹੈ। ਕਿੰਨੇ ਹੀ ਲੋਕ ਇੱਥੇ ਖੱਜਲ ਖੁਆਰ ਕਿੰਨੇ ਹੋ ਕੇ ਮੁੜ ਕੇ ਜਾਂਦੇ ਆ ਜੀ, ਮੁੜ ਕੇ ਜਾਂਦੇ ਆਉਂਦੇ ਆ, ਉਹਨਾਂ ਨੂੰ ਬੜੇ ਲੋਕ ਆਉਂਦੇ ਆ ਇੱਥੇ, ਬੜੇ ਇੱਥੋਂ ਮੁੜ ਕੇ ਜਾਂਦੇ ਤੇ ਉਹਨਾਂ ਨਾਲ ਮਿਲ ਲੈਂਦੇ ਹੁੰਦੇ ਸੀ। ਅਸੀਂ ਜਾ ਕੇ ਸਾਈਨ ਕਰਕੇ ਇੱਕ ਗਾਰਡ ਨੂੰ ਦੱਸ ਕੇ ਤੇ ਸਿੱਧਾ ਮਿਲ ਲੈਂਦੇ ਸੀ। ਸਿੱਧੇ ਕੋਈ ਵੀਸੀ ਸਰ ਦੇ ਆਫਿਸ ਜਾਂਦੇ ਸੀ। ਬਿਲਕੁਲ ਜਾਂਦੇ ਸੀ, ਕੋਈ ਗੱਲ ਹੀ ਨਹੀਂ ਸੀ ਜੀ, ਕਿਉਂਕਿ ਉਹਨਾਂ ਨੇ ਉਹ ਰਿਲੇਸ਼ਨ ਰੱਖੇ ਸੀਗੇ। ਉਹਨਾਂ ਨੂੰ ਪਤਾ ਸੀ ਵੀ ਸਟੂਡੈਂਟ ਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਐਡਰੈਸ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ ਐਜ਼ ਅ ਵਾਈਸ ਚਾਂਸਲਰ ਇਸ ਯੂਨੀਵਰਸਿਟੀ ਦੇ। ਇਹ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਆ ਆਪਣੀ, ਇਹੀ ਗੱਲ ਹੈ ਨਾ ਜੀ। ਹੋਰ ਵੀ ਸਟੂਡੈਂਟਸ ਇੱਥੇ ਆ ਕੇ ਆਉਂਦੇ ਆ, ਹੋਰ ਵੀ ਲੋਕ ਆਉਂਦੇ ਆ ਜਿਹੜੀ ਆਪਦੀ ਗੱਲ ਰੱਖਣਾ ਚਾਹੁੰਦੇ ਆ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀਗੀ। ਤੁਹਾਡੀ ਯੂਨਿਟੀ ਦਿਖੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਟੰਡਨ ਜੀ ਦੇ ਪ੍ਰੋਗਰਾਮ ਦੀ ਜੀ। ਉਹਦੇ ਚ ਬੜੇ ਡਿਸਲਾਈਕ ਕੀਤੇ, ਤੁਹਾਡੇ ਸਪੋਰਟ ਇੰਨੀ ਸੀਗੀ, ਲੋਕਾਂ ਨੇ ਕਮੈਂਟ ਆਪਣੇ ਦਿੱਤੇ ਆ ਉੱਥੇ, ਔਰ ਲਾਈਕਸ ਤਾਂ ਕੁਝ ਵੀ ਨਹੀਂ ਸੀ, ਔਰ ਡਿਸਲਾਈਕ ਜ਼ਿਆਦਾ ਸੀ ਡਿਫੈਂਸ ਮਿਨਿਸਟਰ ਦੇ ਪ੍ਰੋਗਰਾਮ ਨੂੰ। ਵਾਈਸ ਚਾਂਸਲਰ ਇਨਵੋਲਡ ਸੀ ਆਪਣੇ ਬੀਜੇਪੀ ਤੋਂ, ਉੱਥੋਂ ਟੰਡਨ ਉਹ ਇਨਵੋਲਡ ਸੀਗੇ। ਐਂਡ ਆਪਣੀ ਯੂਨੀਵਰਸਿਟੀ ਵਰਤੀ ਗਈ ਆਪਣੇ ਇੱਕ ਤਰ੍ਹਾਂ ਨਾਲ ਪਰਸਨਲ ਪ੍ਰੋਗਰਾਮ ਦੇ ਲਈ, ਹੈ ਨਾ, ਆਡੀਟੋਰੀਅਮ ਆਪਣਾ ਵਰਤਿਆ ਗਿਆ। ਤਾਂ ਬਹੁਤ ਅੱਛਾ ਲੱਗਿਆ ਦੇਖ ਕੇ ਵੀ ਤੁਹਾਡੀ ਆਵਾਜ਼ ਉੱਥੋਂ ਤੱਕ ਪਹੁੰਚ ਰਹੀ ਹੈ, ਡਿਫੈਂਸ ਮਿਨਿਸਟਰ ਤੱਕ। ਪਰ ਹੁਣ ਗੱਲ ਉਹੀ ਹੈ ਨਾ ਜੀ, ਵਿਰੋਧ ਤੋਂ ਬਚਣ ਲਈ ਕੀ ਕਰਦੇ ਨੇ ਇਹ, ਜਿਹੜਾ ਆਨਲਾਈਨ ਜਿਹੜੀਆਂ ਚੀਜ਼ਾਂ ਨੇ ਇਹ ਕਰਦੇ ਨੇ। ਇਹਨਾਂ ਨੂੰ ਐ ਵੀ ਜੇ ਸਾਹਮਣੇ ਕਰਾਂਗੇ ਤਾਂ ਫਿਜ਼ੀਕਲ ਤੌਰ ਤੇ ਲੋਕ ਵਿਰੋਧ ਕਰਨਗੇ, ਪਰ ਵਿਰੋਧ ਫਿਰ ਉੱਥੇ ਵੀ ਪਹੁੰਚ ਵੀ ਗਿਆ ਹੁੰਦਾ। ਤਾਂ ਮੈਨੂੰ ਲੱਗਦਾ ਨਹੀਂ ਵੀ ਕਿਤੇ ਜਾ ਕੇ ਵੀ ਲੋਕ ਹੁਣ ਲੁੱਕ ਸਕਦੇ ਨੇ ਇੰਨਾ ਜ਼ਿਆਦਾ। ਜਦੋਂ ਤੁਸੀਂ ਮਾੜੇ ਕੰਮ ਕਰੋਗੇ ਤਾਂ ਫਿਰ ਵਿਰੋਧ ਤਾਂ ਹੋਊਗਾ ਹੀ ਜੀ, ਹੈ ਨਾ। ਹੁਣ ਇਹਦਾ ਹੱਲ ਕਿੱਦਾਂ ਹੋਵੇ ਸੈਨੇਟ ਇਲੈਕਸ਼ਨਸ ਦਾ? ਦਿੱਲੀ ਤੋਂ ਕਹਿੰਦੇ ਸਾਨੂੰ ਸੈਂਟਰ ਨਹੀਂ ਮਿਲ ਰਹੇ ਹੈਗੇ, ਪੋਲਿੰਗ ਬੂਥ ਨਹੀਂ ਮਿਲ ਰਿਹਾ ਦਿੱਲੀ ਤੋਂ ਸਾਨੂੰ, ਔਰ ਉੱਤਰਾਖੰਡ ਤੋਂ ਵੀ ਉਹ ਕਹਿੰਦੇ ਸਾਨੂੰ ਬੂਥ ਲੈਣੇ ਔਖੇ ਆ, ਸਾਨੂੰ ਮਿਲ ਨਹੀਂ ਰਹੇ ਕਿਉਂਕਿ ਕਰੋਨਾ ਵਾਇਰਸ। ਜਿਹੜਾ ਦਿੱਲੀ ਵਾਲਾ ਮਸਲਾ ਸੀਗਾ ਨਾ ਜੀ, ਉਹ ਤਾਂ ਮੈਨੂੰ ਲੱਗਦਾ ਸ਼ਾਇਦ ਅੱਜ ਕਲੀਅਰ ਹੋ ਜਾਊਗਾ ਉਹ, ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਕੋਲੇ ਆਈ ਸੀ ਇੱਥੇ ਤੇ ਉਹਨਾਂ ਨਾਲ ਕੁਝ ਬੰਦੇ ਸਾਡੇ ਟੱਚ 'ਚ ਹੈਗੇ ਨੇ, ਉਹ ਗੱਲ ਕਰ ਰਹੇ ਨੇ ਕਿ ਅੱਜ ਉਹਨਾਂ ਵੱਲੋਂ ਜਵਾਬ ਉਹਦਾ ਆ ਜਾਊਗਾ। ਤੇ ਉੱਤਰਾਖੰਡ ਦੇ ਵਿੱਚ ਹੁਣ ਇਹਨਾਂ ਦੀ ਗਵਰਨਮੈਂਟ ਹੈ ਜੀ, ਉਹ ਆਪੇ ਦੇਖਣ। ਇਹ ਇੱਕੋ ਹੀ ਪੋਲਿੰਗ ਬੂਥ ਹੁੰਦਾ ਉੱਤਰਾਖੰਡ 'ਚ, 40 ਵੋਟਾਂ ਪਈਆਂ ਪਿਛਲੀ ਵਾਰ ਉੱਥੇ, ਉਹਨੂੰ ਮਰਜ ਕੀਤਾ ਜਾ ਸਕਦਾ ਜਾਂ ਕੋਈ ਹੋਰ ਰਸਤਾ ਲੱਭਿਆ ਜਾ ਸਕਦਾ, ਉਹ ਇਹਨਾਂ ਨੇ ਦੇਖਣਾ ਜੀ। ਆਪਣੀ ਡਿਮਾਂਡ ਤਾਂ ਇਹ ਆ ਵੀ ਚੋਣ ਤੁਸੀਂ ਕਰਾਓ, ਕਿਉਂਕਿ ਜੇ ਆਪਾਂ ਕੋਵਿਡ ਦੀ ਗੱਲ ਕਰੀਏ ਤਾਂ ਜਦੋਂ ਕੋਵਿਡ ਦੀ ਸੈਕੰਡ ਵੇਵ ਬਿਲਕੁਲ ਪੀਕ ਤੇ ਸੀਗੀ, ਉਦੋਂ ਪੱਛਮੀ ਬੰਗਾਲ ਦੀਆਂ ਚੋਣਾਂ ਹੋਈਆਂ, ਪੰਜਾਬ ਦੇ ਵਿੱਚ ਐਮਸੀ ਦੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ, ਲੋਕਲ ਬਾਡੀਜ਼ ਦੀਆਂ ਜਗ੍ਹਾ ਤੇ ਚੋਣਾਂ ਹੋ ਰਹੀਆਂ। ਤਾਂ ਕੋਈ ਚੋਣ ਤਾਂ ਇਹੋ ਜਿਹੀ ਬਚੀ ਨਹੀਂ ਜਿਹੜੀ ਨਾ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਦੀਆਂ ਹੋਈਆਂ ਚੋਣਾਂ ਨੇ ਜੀ, ਬਿਲਕੁਲ ਰੀਸੈਂਟ ਹੋਈਆਂ ਨੇ। ਕੁੰਭ ਦੇ ਮੇਲੇ ਲੱਗੇ ਜੀ ਦੇਸ਼ ਹਿਮਾਚਲ ਦੇ ਵਿੱਚ ਸਭ ਕੁਝ ਹੋ ਰਿਹਾ ਹੋ ਰਹੇ ਹੈ ਜੀ। ਮਤਲਬ ਇਹ ਹੈ ਵੀ ਸਾਰੇ ਥਾਈਂ ਦੇਸ਼ ਦੇ ਵਿੱਚ ਇਲੈਕਸ਼ਨ ਹੋ ਰਹੇ ਹੈ, ਮੇਲੇ ਹੋ ਰਹੇ ਹੈ, ਜਿੱਥੇ ਮਤਲਬ ਨੀਤ ਦੀ ਗੱਲ ਆ ਜਾਂਦੀ ਹੈ। ਹੁਣ ਇੱਥੇ ਨੀਤ ਨਹੀਂ ਹੈ ਕਰਵਾਉਣ ਦੀ,
ਕੋਈ ਇਹ ਜਿਹੜੀਆਂ ਪਰਮਿਸ਼ਨਾਂ ਹੈ ਨਾ ਜੀ, ਇਹ ਸਾਰੀਆਂ ਟੈਕਨੀਕਲ ਗੱਲਾਂ ਹੈ, ਟੈਕਨੀਕਲ ਇਸ਼ੂਜ਼ ਹੈ, ਤੇ ਸੈੱਟ ਹੋ ਸਕਦੇ। ਅੱਗੇ ਵੀ ਇਹ ਜਿਹੀਆਂ ਪ੍ਰੋਬਲਮਸ ਆਈਆਂ ਤਾਂ ਸੈੱਟ ਹੋਈਆਂ। ਕੋਵਿਡ ਹੁਣ ਤੁਸੀਂ ਦੇਖਿਆ ਹੀ ਹੈ, ਸੈਕੰਡ ਵੇਵ ਵੀ ਹੁਣ ਖਤਮ ਹੋ ਗਈ ਹੈਗੀ ਹੈ। ਐਜ਼ ਸੱਚ ਕੋਵਿਡ ਦੀ ਕੋਈ ਹੁਣ ਸਿਚੁਏਸ਼ਨ ਰਹਿ ਨਹੀਂ ਗਈ ਹੈ। ਵੈਕਸੀਨੇਟਡ ਹੈਗੀ ਹੈ ਹੁਣ ਆਪਣੀ ਪਬਲਿਕ, ਸਟੂਡੈਂਟਸ ਵੈਕਸੀਨੇਟਡ ਹੈ, ਸੈਕੰਡ ਡੋਜ਼ ਲੱਗ ਚੁੱਕੀ ਹੈ ਲੋਕਾਂ ਦੀ। ਤੇ ਉਸ ਤੋਂ ਬਾਅਦ ਹੁਣ ਕੋਵਿਡ ਵਾਲਾ ਜਿਹੜਾ ਬਹਾਨਾ ਹੈ ਇਹ ਬਣਦਾ ਨਹੀਂ ਹੈਗਾ, ਇਹ ਪਰਮਿਸ਼ਨ ਵਾਲਾ ਬਹਾਨਾ ਹੈ ਹੁਣ ਬਣਦਾ ਨਹੀਂ, ਕਿਉਂਕਿ ਸਰਕਾਰ ਤੁਹਾਨੂੰ ਕੀ ਲੱਗਦਾ ਹੈ ਕੀ ਰੀਜ਼ਨ ਦੇਊਗੀ ਸੈਨੇਟ ਦਾ ਪੜ੍ਹੇ ਲਿਖੇ ਗ੍ਰੈਜੂਏਟ ਕਨਸਟੀਟੂਐਂਸੀ ਦਾ ਇਲੈਕਸ਼ਨ ਨਾ ਕਰਵਾਉਣ ਦਾ? ਪੜ੍ਹੇ ਲਿਖੇ ਲੋਕਾਂ ਨੇ ਵੋਟ ਪਾਉਣੀ ਹੁੰਦੀ ਹੈ, ਉਹਨਾਂ ਨੂੰ ਪਤਾ ਹੈ ਕਿਵੇਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਕੀ ਉਹਦਾ ਬਹਾਨਾ ਦੇਣਗੇ ਵੀ ਕਿਉਂ ਨਹੀਂ ਉੱਥੇ ਅਸੀਂ ਆਪਦੇ ਬੂਥ ਸੈਟਅਪ ਕਰ ਸਕਦੇ? ਕੀ ਗੱਲ ਕਰਨਗੇ? ਠੀਕ ਹੈ ਨਾ, ਇਸ ਕਰਕੇ ਮਤਲਬ ਇਹ ਤਾਂ ਸਾਰੇ ਬਹਾਨੇ ਹੈ। ਨੀਤ ਹੋਣੀ ਚਾਹੀਦੀ ਹੈ, ਨੀਤ ਹੋਊਗੀ ਤਾਂ ਇਲੈਕਸ਼ਨ ਹੋਊਗਾ ਜੀ, ਬਸ ਆਹ ਗੱਲ ਹੈ। ਤੁਸੀਂ ਬਹੁਤ ਪੁਰਾਣੇ ਯੂਨੀਵਰਸਿਟੀ ਦੇ ਨਾਲ ਆ, ਕੋਈ ਬਹੁਤ ਅੱਛੀ ਜੀ ਯਾਦ ਯੂਨੀਵਰਸਿਟੀ ਦੀ? ਬਸ ਯਾਦਾਂ ਸਾਰੀਆਂ ਹੀ ਯਾਦਾਂ ਹੀ ਹੈ ਜੀ। ਇੱਥੇ ਹੋਸਟਲ ਦੀ ਲਾ ਲਓ, ਸਟੂਡੈਂਟ ਸੈਂਟਰ ਦੀ ਲਾ ਲਓ, ਮੇਰੇ ਡਿਪਾਰਟਮੈਂਟ ਲਾਅ ਡਿਪਾਰਟਮੈਂਟ 'ਚ ਲਾਅ ਕੀਤੀ ਹੈਗੀ ਹੈ ਮੈਂ, ਉੱਥੋਂ ਦੀ ਲਾ ਲਓ, ਸਾਰੀਆਂ ਹੀ ਬੜੀਆਂ ਵਧੀਆ ਯਾਦਾਂ ਹੈ ਜੀ। ਉਹੀ ਯਾਦਾਂ ਸਾਨੂੰ ਇੱਥੇ ਖਿੱਚ ਲਿਆਉਂਦੀਆਂ। ਹੁਣ ਵੀ ਹਾਈ ਕੋਰਟ ਦੇ ਵਿੱਚ ਮੈਂ ਪ੍ਰੈਕਟਿਸ ਕਰ ਰਿਹਾ ਹੈਗਾ, ਤੇ ਇਹ ਹੈਗਾ ਉਹੀ ਯਾਦਾਂ। ਮਤਲਬ ਕਦੇ ਸਟੂਸੀ ਤੇ ਆ ਕੇ ਚਾਹ ਪੀ ਲਈ, ਕਦੇ ਇੱਥੇ ਆ ਕੇ ਹੋਸਟਲ ਦੇ ਵਿੱਚ ਖਾਣਾ ਖਾ ਲਿਆ। ਹੁਣ ਤਾਂ ਉਹ ਵੀ ਨਸੀਬ ਨਹੀਂ ਹੋ ਰਿਹਾ ਕਿਉਂਕਿ ਬੰਦ ਕਰ ਰੱਖਿਆ ਹੈਗਾ ਯੂਨੀਵਰਸਿਟੀ ਨੂੰ। ਉਹੀ ਚੀਜ਼ ਫੇਰ ਆ ਜਾਂਦੀ ਹੈ ਜੀ। ਕੋਵਿਡ ਸਿਚੁਏਸ਼ਨ ਸਾਰੇ ਦੇਸ਼ 'ਚ ਖਤਮ ਹੋ ਗਈ ਹੈ, ਸਕੂਲ ਕਾਲਜ ਖੁੱਲ੍ਹ ਗਏ ਹੈਗੇ ਹੈ, ਆਪਣਾ ਹਾਈ ਕੋਰਟ ਤੱਕ ਖੁੱਲ੍ਹਣ ਜਾ ਰਹੀ ਹੈ ਹੁਣ 6 ਤਰੀਕ ਤੋਂ। ਤੇ ਮਤਲਬ ਸਿਰਫ ਯੂਨੀਵਰਸਿਟੀ ਕਿਉਂ ਬੰਦ ਪਈ ਹੈਗੀ, ਉਹੀ ਚੀਜ਼ ਆ ਜਾਂਦੀ ਹੈ। ਤੇ ਫਿਰ ਆ ਕੇ ਕਿਵੇਂ ਆਪਾਂ ਇੱਥੇ ਆ ਕੇ ਉਹੀ ਚੀਜ਼, ਉਹ ਚਾਹ ਕਿਵੇਂ ਇੰਜੋਏ ਕਰਾਂਗੇ, ਇੱਥੋਂ ਦੇ ਮਾਹੌਲ ਨੂੰ ਕਿਵੇਂ ਦੇਖ ਸਕਾਂਗੇ। ਐਜੂਕੇਸ਼ਨ ਦਾ ਵੀ ਬਹੁਤ ਲਾਸ ਆ, ਹੈ ਨਾ। ਸਿੰਪਲ ਜੀ ਗੱਲ ਆ, ਬੱਚਿਆਂ ਨੂੰ ਇਹ ਵੈਕਸੀਨੇਸ਼ਨ ਕਰੋ ਔਰ ਯੂਨੀਵਰਸਿਟੀ ਓਪਨ ਕਰ ਦਿਓ, ਹੈ ਨਾ। ਬਿਲਕੁਲ ਸਿੰਪਲ ਜੀ। ਸੋ ਇਹ ਪ੍ਰੋਟੈਸਟ ਕੰਟੀਨਿਊ ਰੱਖੋਗੇ ਜਿੰਨੀ ਦੇਰ ਤੱਕ ਤੁਹਾਨੂੰ ਸੈਨੇਟ ਬਿਲਕੁਲ ਦਾ ਜੀ। ਭਰੋਸਾ ਨਹੀਂ ਮਿਲਦਾ ਕਿ ਕੋਈ ਡਿਮਾਂਡ ਸੀਗੀ ਜੀ ਇਲੈਕਸ਼ਨ ਦੀ, ਇੱਕ ਡੇਟ ਅਨਾਉਂਸ ਕੀਤੀ ਜਾਵੇ, ਤੇ ਜਦੋਂ ਉਹ ਡੇਟ ਅਨਾਉਂਸ ਹੋ ਜੂਗੀ ਉਹਨਾਂ ਚਿਰ ਆਪਣਾ ਪ੍ਰੋਟੈਸਟ ਜਾਰੀ ਰਹੂਗਾ। ਸੋ ਜਿੰਨੇ ਵੀ ਪੁਰਾਣੇ ਵੋਟਰਸ ਆ, ਉਹ ਤੁਹਾਨੂੰ ਜਿੰਨੇ ਵੀ ਪੁਰਾਣੇ ਪਾਸ ਆਊਟ ਆ ਲੋਕ ਪੰਜਾਬ ਯੂਨੀਵਰਸਿਟੀ ਦੇ, ਉਹ ਵੋਟਰ ਹੁੰਦੇ ਨੇ, ਹੈ ਨਾ, ਤੁਹਾਡੀ ਕਨਸਟੀਟੂਐਂਸੀ ਰਜਿਸਟਰਡ ਵੋਟਰ ਹੁੰਦੇ ਆ ਜੀ ਜਿਹੜੇ। ਹਾਂਜੀ। ਤੇ ਤੁਸੀਂ ਫਿਰ ਇੱਥੇ ਧਰਨੇ ਤੇ ਬੈਠੇ ਆ, ਤੇ ਜੇਕਰ ਇੱਕਦਮ ਚੋਣਾਂ ਦੀ ਤਰੀਕ ਆ ਗਈ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੰਪੇਨ ਦਾ ਟਾਈਮ ਨਾ ਮਿਲਿਆ, ਲੋਕਾਂ ਨੂੰ ਇਹ ਦੱਸਣ ਦਾ ਟਾਈਮ ਵਧੀਆ ਗੱਲ, ਬੜੀ ਜ਼ਰੂਰੀ ਗੱਲ ਹੈ ਜੀ ਇਹ। ਜਿਹੜੇ ਬਾਕੀ ਦੇ ਮੇਰੇ ਨਾਲ ਦੇ ਉਮੀਦਵਾਰ ਨੇ ਜੀ, ਉਹਨਾਂ ਵਿੱਚੋਂ ਕੋਈ ਵੀ ਦਿਨ ਰਾਤ ਦੇ ਧਰਨੇ ਲਈ ਇੱਥੇ ਮੇਰੇ ਨਾਲ ਨਹੀਂ ਹੈਗਾ। 4-5 ਮੈਕਸਿਮਮ ਜਿਹੜੇ ਬੰਦੇ ਹੈਗੇ ਨੇ ਕੰਟੈਂਡਰ, ਉਹ ਆਉਂਦੇ ਨੇ, ਪਰ ਉਹ ਜਸਟ ਆਪਣਾ ਸਾਰਾ ਦਿਨ ਆਪਣੀ ਕੰਪੇਨਿੰਗ ਕਰਦੇ ਨੇ, ਇੱਥੇ ਆਉਂਦੇ ਨੇ ਤੇ ਆਪਣੀ ਹਾਜ਼ਰੀ ਲਵਾਉਂਦੇ ਨੇ। ਉਹ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਸਾਰਾ ਸਾਡੇ ਹੀ ਮੋਢਿਆਂ ਤੇ ਭਾਰ ਹੈ ਜੀ ਇਹ, ਕਿਉਂਕਿ ਅਸੀਂ ਸ਼ੁਰੂ ਕੀਤਾ। ਤਾਂ ਹੁਣ ਇੱਕ ਬੇਨਤੀ ਲੋਕਾਂ ਨੂੰ ਇਹ ਜ਼ਰੂਰ ਹੈ ਕਿ ਹੁਣ ਤੁਹਾਡੇ ਸਾਹਮਣੇ ਆ ਸਾਰਾ ਸੱਚ, ਕਿ ਕੌਣ ਬੋਲਿਆ, ਕਿਹਨੇ ਆਵਾਜ਼ ਚੱਕੀ ਆ। ਜਿਹੜੇ ਬੰਦੇ ਆਪਣੀ ਚੋਣ ਦੀ ਤਰੀਕ ਲੈਣ ਲਈ ਧਰਨੇ ਤੇ ਨਹੀਂ ਬੈਠ ਸਕਦੇ, ਆਪਣੀ ਆਵਾਜ਼ ਨਹੀਂ ਜਿਹੜੇ ਚੱਕ ਸਕਦੇ, ਉਹ ਕੱਲ ਨੂੰ ਤੁਹਾਡੀ ਆਵਾਜ਼ ਕਿੱਥੋਂ ਚੱਕਣਗੇ? ਤਾਂ ਇਹ ਸਾਰਾ ਲੋਕਾਂ ਨੂੰ ਦੇਖਣਾ ਪੈਣਾ। ਬਾਕੀ ਤੁਸੀਂ ਕਿਆ ਲਾਸ ਹੋ ਰਿਹਾ, ਮੇਰੇ ਸੀਨੀਅਰਸ ਨੇ ਜਿਹੜੇ ਮੇਰੇ ਵੈਲ ਵਿਸ਼ਰ ਨੇ, ਉਹ ਸਾਰੇ ਮੈਨੂੰ ਇਹੀ ਗੱਲ ਕਹਿੰਦੇ ਜਿਹੜੀ ਤੁਸੀਂ ਕਹੀ ਆ ਕਿ ਤੂੰ ਇੱਥੇ ਧਰਨੇ ਤੇ ਬੈਠ ਗਿਆ, ਪਰ ਤੇਰੀ ਜਿਹੜੀ ਚੋਣ ਆ ਤੂੰ ਉਹ ਇਲੈਕਸ਼ਨ ਨਹੀਂ ਜਿੱਤ ਸਕਦਾ। ਤਾਂ ਉਹ ਚਲੋ ਜੀ ਹੁਣ ਲੋਕਾਂ ਦੇ ਹੱਥ 'ਚ ਸਾਰੀ ਗੱਲ, ਲੋਕਾਂ ਦੇ ਸਾਹਮਣੇ ਆ। ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਬੰਦੇ ਥੋੜ੍ਹਾ ਬਹੁਤ ਪੰਜਾਬ ਹਿਤੈਸ਼ੀ ਨੇ, ਯੂਨੀਵਰਸਿਟੀ ਹਿਤੈਸ਼ੀ ਨੇ, ਉਹ ਆਪਣੇ ਆਪ ਕਿਤੇ ਨਾ ਕਿਤੇ ਮੇਰੀ ਕੰਪੇਨ ਆਪਣੇ ਸੰਭਾਲਣਗੇ ਜਦੋਂ ਇੱਕਦਮ ਇਲੈਕਸ਼ਨ ਆਊਗੀ। ਜਾਂ ਜੇ ਟਾਈਮ ਵੀ ਮਿਲੂਗਾ ਤਾਂ ਉਹਨਾਂ ਸਾਰਿਆਂ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਹੋਊਗੀ। ਪਰ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਆ ਕਿ ਜਿਹੜੇ ਵੀ ਸੁਣਦੇ ਨੇ, ਤਾਂ ਜਿੰਨੇ ਵੀ ਇਹ ਚਾਹੁੰਦੇ ਨੇ ਕਿ ਕੋਈ ਬੰਦਾ ਬੋਲਣ ਵਾਲਾ ਸੈਨੇਟ ਦੇ ਵਿੱਚ ਪਹੁੰਚੇ ਜਾਂ ਅੱਗੇ ਜਿਹੜੀਆਂ ਆਪਣੀਆਂ ਗੱਲਾਂ ਉਹ ਰੱਖੀਆਂ ਜਾਣ, ਤਾਂ ਜ਼ਰੂਰ ਸਪੋਰਟ ਕਰਿਓ। ਤੁਹਾਡੇ ਸਿਰ ਤੇ ਹੀ ਹੈ ਜੀ ਸਾਰਾ ਕੰਮ। ਕੰਪੇਨਿੰਗ ਆਪਣੀ ਬੰਦ ਹੈ ਪਿਛਲੇ 19 ਦਿਨਾਂ ਤੋਂ, ਉਹ ਸਾਰਿਆਂ ਨੂੰ ਪਤਾ ਹੀ ਹੈ। ਆਲ ਦਾ ਵੈਰੀ ਬੈਸਟ। ਥੈਂਕ ਯੂ। ਆਈ ਵਿਸ਼ ਕਿ ਤੁਸੀਂ ਬੜੀ ਸਾਫ਼ ਨੀਅਤ ਦੇ ਲੋਕਾਂ ਨੂੰ ਦੇਖ ਚੁੱਕਾ, ਐਂਡ ਆਈ ਥਿੰਕ ਤੁਹਾਨੂੰ ਸਪੋਰਟ ਆਏਗੀ ਬਹੁਤ ਸਾਰੀ, ਹੈ ਨਾ। ਥੈਂਕ ਯੂ ਸੋ ਮਚ ਫॉर द टाइम। ਚੈਰੀ ਬਰਾੜ ਜੀ, ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲ ਕੇ। ਸ਼ੁਕਰੀਆ ਜੀ। ਥੈਂਕ ਯੂ।